ਕਹਾਣੀ ਪੜ੍ਹਨ ਤੋਂ ਪਹਿਲਾਂ, ਕਹਾਣੀ ਬਾਰੇ ਜਾਣਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦਿੰਦਾ ਕਿ ਇਸ ਵੀਡੀਓ ਦੇ ਵਿੱਚ ਅਸੀਂ ਕੀ ਕੁਝ ਜਾਣਾਂਗੇ। ਸਭ ਤੋਂ ਪਹਿਲਾਂ ਨੰਬਰ 1, ਅਸੀਂ ਇਸ ਦੇ ਮੇਨ ਪੁਆਇੰਟ ਨੇ ਜਿਹੜੇ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਜ਼ਰੂਰੀ ਨੇ, ਉਹ ਕੁਝ ਪੁਆਇੰਟ ਮੈਂ ਤੁਹਾਨੂੰ ਦੱਸਾਂਗਾ। ਅਤੇ ਲਾਈਨ ਟੂ ਲਾਈਨ ਅਸੀਂ ਨਹੀਂ ਪੜ੍ਹਾਂਗੇ, ਇਸ ਨੂੰ ਪੂਰੀ ਲਾਈਨ ਟੂ ਲਾਈਨ ਕਹਾਣੀ ਨਹੀਂ ਪੜ੍ਹਾਂਗੇ, ਬਟ ਕਹਾਣੀ ਨੂੰ ਸਮਝਾਂਗੇ ਜ਼ਰੂਰ। ਪਰ ਉਹਨਾਂ ਪੁਆਇੰਟਸ 'ਤੇ ਤੁਹਾਨੂੰ ਮੈਂ ਕੇਂਦਰਿਤ ਕਰਾਂਗਾ ਜੋ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਜ਼ਰੂਰੀ ਨੇ। ਨੰਬਰ 2, ਇਸ 'ਤੇ ਜੋ ਲਾਸਟ ਦੇ ਵਿੱਚ ਕੁਐਸਚਨ ਆਨਸਰ ਸਾਨੂੰ ਦਿੱਤੇ ਜਾਂਦੇ ਨੇ, ਐਕਸਰਸਾਈਜ਼ ਹੁੰਦੀ ਹੈ ਜਿਹੜੀ, ਉਹਦੇ ਜਿਹੜੇ ਪ੍ਰਸ਼ਨ ਹੋਣਗੇ ਉਹਨਾਂ ਬਾਰੇ ਵੀ ਅਸੀਂ, ਕੁਐਸਚਨ ਬਾਰੇ ਵੀ ਅਸੀਂ ਜਾਣਕਾਰੀ ਪ੍ਰਾਪਤ ਕਰਾਂਗੇ ਅਤੇ ਉਹਨਾਂ ਦੇ ਬਰੀਫਲੀ ਆਨਸਰ ਜਾਣਨ ਦੀ ਕੋਸ਼ਿਸ਼ ਕਰਾਂਗੇ। ਅਤੇ ਆਓ ਦੇਖਦੇ ਹਾਂ ਇਹ ਕਹਾਣੀ ਕੀ ਹੈ। ਇਹ ਕਹਾਣੀ ਦਾ ਨਾਮ ਹੈ ਦਾ ਹੋਮ ਕਮਿੰਗ। ਤੁਸੀਂ ਰਵਿੰਦਰਨਾਥ ਟੈਗੋਰ, ਜਿਨ੍ਹਾਂ ਨੂੰ ਗੁਰੂਦੇਵ ਵੀ ਕਹਿੰਦੇ ਨੇ, ਉਹਨਾਂ ਬਾਰੇ ਸੁਣਿਆ ਹੋਵੇਗਾ। ਉਹ ਭਾਰਤ ਦੇ ਲੇਖਕ ਨੇ, ਬਹੁਤ ਸਾਰੀਆਂ ਭਾਸ਼ਾਵਾਂ ਦੇ ਵਿੱਚ ਉਹਨਾਂ ਨੇ ਲਿਖਿਆ ਹੈ। ਇੱਥੇ ਜੇ ਅਸੀਂ ਦੇਖੀਏ ਤਾਂ ਇੰਡੀਅਨ ਰਾਈਟਰ ਇਨ ਇੰਗਲਿਸ਼, ਅੰਗਰੇਜ਼ੀ ਦੇ ਵਿੱਚ ਉਹ ਭਾਰਤੀ ਲੇਖਕ ਨੇ, ਲਿਖਦੇ ਅੰਗਰੇਜ਼ੀ ਦੇ ਵਿੱਚ ਨੇ। ਇੱਥੇ ਇਹ ਕਹਾਣੀ ਅੰਗਰੇਜ਼ੀ ਦੇ ਵਿੱਚ ਲਿਖੀ ਗਈ ਹੈ, ਇੰਗਲਿਸ਼ ਦੇ ਵਿੱਚ, ਅਤੇ ਹੈਗੇ ਉਹ ਭਾਰਤ ਦੇ ਨੇ, ਤਾਂ ਇੰਡੀਅਨ ਰਾਈਟਰ ਇਨ ਇੰਗਲਿਸ਼। ਇਸ ਕਹਾਣੀ ਦੇ ਵਿੱਚ ਕੀ ਹੈ ਕਿ ਇੱਕ ਲੜਕਾ ਹੈ, ਲੜਕੇ ਦੀ ਦਸ਼ਾ ਦੱਸੀ ਗਈ ਹੈ ਕਿ 13, 14, 15, 16 ਯਾਨੀ ਕਿ ਟੀਨਏਜਰ ਦੇ ਜਿਹੜੇ ਲੜਕੇ ਹੁੰਦੇ ਨੇ ਜਾਂ ਬੱਚੇ ਹੁੰਦੇ ਨੇ, ਉਹਨਾਂ ਦਾ ਮਾਇੰਡ ਕਿਹਾ ਜਿਹਾ ਹੁੰਦਾ ਹੈ, ਉਹਨਾਂ ਦਾ ਮਾਇੰਡ ਕਿੰਨਾ ਚੁਲਬਲਾ ਹੁੰਦਾ ਹੈ, ਅਤੇ ਕਿਵੇਂ ਉਹ ਆਕਾਸ਼ ਦੇ ਵਿੱਚ ਉੱਡਣਾ ਚਾਹੁੰਦੇ ਨੇ, ਉਹਨਾਂ ਦੇ ਬਲਬਲੇ ਹੁੰਦੇ ਨੇ ਦਿਮਾਗ ਦੇ ਵਿੱਚ, ਅਤੇ ਬੜਾ ਕੁਛ ਹੁੰਦਾ ਹੈ। ਅਤੇ ਉਹਨਾਂ ਨੂੰ ਲੱਗਦਾ ਵੀ ਅਸੀਂ ਉੱਪਰ ਤਾਰਿਆਂ ਨਾਲ ਗੱਲਾਂ ਕਰੀਏ, ਅਸੀਂ ਪੰਛੀਆਂ ਵਾਂਗੂ ਉੱਡੀਏ। ਪਰ ਉਹਨਾਂ ਦਾ ਆਪਣਾ, ਜਦੋਂ ਕਈ ਵਾਰੀ ਘਰ ਛੱਡ ਕੇ ਕਿਸੇ ਹੋਰ ਰਿਲੇਟਿਵ ਦੇ ਰਹਿਣਾ ਪੈਂਦਾ ਹੈ, ਰਿਸ਼ਤੇਦਾਰਾਂ ਦੇ, ਤਾਂ ਉਹਨਾਂ ਦੀ ਦਸ਼ਾ ਕੀ ਹੁੰਦੀ ਹੈ, ਇਸ ਪਾਠ ਦੇ ਵਿੱਚ ਸਾਨੂੰ ਕੁਛ ਇਸ ਤਰ੍ਹਾਂ ਦਾ ਪਾਠ ਹੈ ਇਹ ਦੱਸਿਆ ਗਿਆ ਹੈ। ਤਾਂ ਆਓ ਸ਼ੁਰੂ ਕਰਦੇ ਹਾਂ ਅਸੀਂ ਆਪਣਾ ਲੈਸਨ। ਜਿਹੜੇ ਪੁਆਇੰਟ ਨੇ ਉਹ ਹੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ। ਤਾਂ ਸਭ ਤੋਂ ਪਹਿਲਾਂ ਸਾਡੇ ਕੋਲ ਹੈ ਕਿ ਫਟਿਕ ਚੱਕਰਵਰਤੀ। ਆਹ ਨਾਮ ਯਾਦ ਰੱਖਣਾ, ਫਟਿਕ ਚੱਕਰਵਰਤੀ ਦੀ ਹੀ ਇਹ ਕਹਾਣੀ ਹੈ। ਤਾਂ ਉਹ ਇੱਕ ਜਿਹੜਾ ਫਟਿਕ ਚੱਕਰਵਰਤੀ ਹੈ, ਉਹ ਰਿੰਗ ਲੀਡਰ ਹੈ। ਜਿਵੇਂ ਗਲੀ ਦੇ ਵਿੱਚ ਕੁਛ ਬੱਚੇ ਹੁੰਦੇ ਨੇ, ਉਹ ਖੇਡਦੇ ਹੁੰਦੇ ਨੇ, ਅਤੇ ਉਹਨਾਂ ਦੇ ਵਿੱਚੋਂ ਇੱਕ ਰਿੰਗ ਲੀਡਰ ਹੁੰਦਾ, ਯਾਨੀ ਕਿ ਇੱਕ ਉਹਨਾਂ ਦਾ ਮੇਨ ਬੱਚਾ ਹੁੰਦਾ ਜਿਹਦਾ ਕਾਫੀ ਅਸਰ ਰਸੂਖ ਹੁੰਦਾ ਹੈ। ਫਟਿਕ ਚੱਕਰਵਰਤੀ ਹੈ ਜਿਹੜਾ, ਉਹ ਰਿੰਗ ਲੀਡਰ ਹੈ ਲੜਕਿਆਂ ਦੇ ਵਿੱਚ, ਅਤੇ ਉਹਦੀਆਂ ਉਹ ਕਾਫੀ ਜਿਹੜਾ ਗਲਤੀਆਂ ਲਾ ਲਓ ਜਾਂ ਸ਼ਰਾਰਤਾਂ ਲਾ ਲਓ ਕਰਦਾ ਰਹਿੰਦਾ ਹੈ। ਅੱਗੇ ਅਸੀਂ ਦੇਖਦੇ ਹਾਂ ਕਿ ਸ਼ਰਾਰਤੀ ਤਾਂ ਹੈਗਾ ਹੀ ਸੀਗਾ ਉਹ, ਅਤੇ ਉਹਦਾ ਇੱਕ ਭਾਈ ਸੀ, ਉਹ ਵੀ ਯਾਨੀ ਕਿ ਸ਼ਰਾਰਤੀ ਸੀ, ਉਸਦਾ ਨਾਮ ਮੱਖਣ ਸੀਗਾ। ਇਹ ਵੀ ਖਿਆਲ ਰੱਖਣਾ, ਉਸਦੇ ਬ੍ਰਦਰ ਦਾ ਨਾਂ ਮੱਖਣ ਸੀਗਾ। ਅਤੇ ਕੀ ਕਰਦੇ ਨੇ, ਇੱਕ ਹੈਵੀ ਲੌਗ ਹੁੰਦਾ ਜਿਹੜਾ ਨਦੀ ਦੇ ਕਿਨਾਰੇ ਦੇ ਉੱਤੇ ਪਿਆ ਹੁੰਦਾ ਹੈ। ਇਹ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਣਾ। ਹੈਵੀ ਲੌਗ ਜਿਵੇਂ ਮੈਨੇ ਆਖਿਆ, ਅਤੇ ਜਿਵੇਂ ਮੈਂ ਮੱਖਣ ਉਹਦੇ ਬ੍ਰਦਰ ਦਾ ਨਾਂ ਆਖਿਆ, ਇਹ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਿਓ। ਅਤੇ ਉਹ ਹੈਵੀ ਲੌਗ ਨੂੰ ਕੀ ਕਰਨਾ ਚਾਹੁੰਦਾ ਹੈ, ਫਟਿਕ ਚਾਹੁੰਦਾ ਵੀ ਇਹ ਹੈਵੀ ਲੌਗ ਹੈ ਜਿਹੜਾ, ਇਸ ਨੂੰ ਨਦੀ ਦੇ ਵਿੱਚ ਗਿਰਾ ਦਾਂ ਮੈਂ। ਅਤੇ ਪਰ ਮੱਖਣ ਹੈ ਜਿਹੜਾ, ਮੱਖਣ ਲੌਗ ਦੇ ਉੱਪਰ ਬੈਠ ਜਾਂਦਾ ਹੈ, ਅਤੇ ਉਹ ਉਹਨੂੰ ਫਟਿਕ ਨੂੰ ਰੋੜਨ ਨਹੀਂ ਦਿੰਦਾ ਹੈਗਾ ਨਦੀ ਦੇ ਵਿੱਚ ਲੌਗ ਨੂੰ। ਅਤੇ ਦੂਸਰੇ ਬੱਚੇ ਵੀ ਇਸ ਚੀਜ਼ ਦਾ ਅਮਿਊਜ਼ਮੈਂਟ ਕਰਦੇ ਨੇ, ਉਹ ਵੀ ਬੜਾ ਆਨੰਦ ਦੀ ਸਥਿਤੀ ਮਹਿਸੂਸ ਕਰਦੇ ਨੇ ਵੀ ਇੱਕ ਤਾਂ ਰੋੜਨਾ ਚਾਹੁੰਦਾ ਹੈ, ਦੂਸਰਾ ਉਹਨੂੰ ਰੋੜਨ ਨਹੀਂ ਦੇ ਰਿਹਾ। ਯਾਨੀ ਕਿ ਬੜਾ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਖੁਸ਼ੀ, ਜਿਵੇਂ ਆਪਾਂ ਕਹਿੰਦੇ ਹਾਂ ਕੰਟਰੋਵਰਸੀ ਦਾ। ਅਤੇ ਇਸ ਦੇ ਵਿੱਚ ਜਿਹੜਾ ਫਟਿਕ ਨੇ ਸੋਚਿਆ ਵੀ ਇਹ ਐਵੇਂ ਤਾਂ ਮੇਰੀ ਇੱਜ਼ਤ ਨਹੀਂ ਰਹਿਣੀ, ਕਿਉਂਕਿ ਮੈਂ ਰਿੰਗ ਲੀਡਰ ਹਾਂ, ਤਾਂ ਮੇਰੀ ਬੇਇੱਜ਼ਤੀ ਹੋ ਜੂਗੀ। ਇਸ ਕਰਕੇ ਉਹਨੇ ਇਹ ਫੈਸਲਾ ਕਰਿਆ ਵੀ ਮੱਖਣ ਨੂੰ ਐਵੇਂ ਹੀ ਰੋੜਦਾ ਮੈਂ, ਕਿਉਂਕਿ ਉਹਨੇ ਮੱਖਣ ਨੂੰ ਕਿਹਾ ਸੀ ਵੀ ਹਟ ਜਾ, ਪਰ ਉਹ ਉਹਦੇ ਉੱਤੇ ਬੈਠਾ ਰਿਹਾ। ਲੌਗ ਕੀ ਹੁੰਦਾ ਹੈ, ਲੌਗ ਇੱਕ ਤਣਾ, ਜਿਵੇਂ ਲੱਕੜ ਦਾ ਅਸੀਂ ਕੱਟ ਦਿੰਦੇ ਹਾਂ ਦਰਖਤ ਨੂੰ, ਮੋਟਾ ਜਿਹਾ ਜਿਹੜਾ ਤਣਾ ਹੁੰਦਾ ਵਿਚਕਾਰਲਾ, ਉਹ ਹੁੰਦਾ ਲੌਗ, ਉਹਦੇ ਉੱਤੇ ਬੈਠਾ ਸੀ ਮੱਖਣ। ਪਰ ਜਦੋਂ ਉਹ ਕਹਿਣ 'ਤੇ ਵੀ ਨਹੀਂ ਹਟਿਆ, ਉਹਨੇ ਇਹ ਫੈਸਲਾ ਕੀਤਾ ਵੀ ਆਪਾਂ ਮੱਖਣ ਨੂੰ ਸਣੇ ਲੌਗ ਰੋੜ ਦਿੰਦੇ ਹਾਂ।
ਤਾਂ ਜਦੋਂ ਇਹ ਫੈਸਲਾ ਹੋਇਆ ਤਾਂ ਉਹਨੇ ਲੜਕਿਆਂ ਨੂੰ ਨਾਲ ਲਾ ਕੇ ਉਹਨੂੰ ਕੀ ਕਰ ਦਿੱਤਾ, ਐਵੇਂ ਹੀ ਜਿਵੇਂ ਲੌਗ ਸੀਗਾ, ਲੌਗ ਦੇ ਨਾਲ ਹੀ ਮੱਖਣ ਨੂੰ ਵੀ ਉਹਦੇ ਵਿੱਚ ਰੋੜ ਦਿੱਤਾ। ਆ ਦੇਖੋ ਇੱਥੇ ਲਿਖਿਆ ਹੈ, ਉਹਨਾਂ ਨੇ 1 2 3 ਕਰਕੇ, ਜਿਵੇਂ ਲਿਖ ਕਰਦੇ ਹੁੰਦੇ ਆਪਾਂ 1 2 3 ਗੋ, ਵੀ ਜਾਨੀ ਕਿ ਰੋੜ, ਉਹਨਾਂ ਨੇ ਰੋੜਤਾ। ਇੱਥੇ ਉਹਨੇ ਐਂ ਵੀ ਲਿਖਿਆ ਰਾਈਟਰ ਨੇ ਵੀ ਮੱਖਣਜ਼ ਫਿਲਾਸਫੀ ਗਲੋਰੀ, ਉਹ ਸਾਰੀਆਂ ਖਤਮ ਹੋ ਗਈਆਂ ਕਿਉਂਕਿ ਉਹਦੇ ਨਾਲ ਹੀ ਉਹਦੇ ਵਿੱਚ ਗਿਰ ਗਿਆ। ਜਦੋਂ ਲੌਗ ਦੇ ਸਮੇਤ ਉਹ ਨਦੀ ਦੇ ਵਿੱਚ ਗਿਰ ਗਿਆ ਤਾਂ ਖੜਾ ਹੋ ਕੇ ਉਸਨੇ ਬੜਾ ਹੀ ਮਤਲਬ ਕੀ ਹੋ ਗਿਆ, ਉਹ ਬਹੁਤ ਜ਼ਿਆਦਾ ਗੁੱਸੇ ਹੋ ਗਿਆ, ਬਹੁਤ ਜ਼ਿਆਦਾ ਫਰੀਅਸ ਲੱਗਣ ਲੱਗ ਗਿਆ, ਬਹੁਤ ਜ਼ਿਆਦਾ ਗੁੱਸੇ ਹੋ ਗਿਆ। ਅਤੇ ਫਟਿਕ ਵੀ ਥੋੜ੍ਹਾ ਫਰਾਈਟੈਂਡਡ ਹੋ ਗਿਆ, ਫਟਿਕ ਵੀ ਡਰ ਗਿਆ ਵੀ ਇਹ ਕੀ ਹੋ ਗਿਆ, ਅਤੇ ਵੀ ਇੰਨਾ ਗੁੱਸੇ ਹੋ ਗਿਆ ਉਹ। ਅਤੇ ਉਹਨੇ ਕੀ ਕੀਤਾ, ਫਟਿਕ ਨੂੰ ਮੱਖਣ ਨੇ ਕੁੱਟਿਆ, 2-4 ਥੱਪੜ ਵੀ ਲਾਏ, ਕਿੱਕ ਵੀ ਕੀਤਾ, ਅਤੇ ਫਿਰ ਉਹ ਆਪ ਰੋਣ ਲੱਗ ਗਿਆ। ਇਸ ਤਰ੍ਹਾਂ ਮੱਖਣ ਹੈ ਜਿਹੜਾ ਉਹ ਫਟਿਕ ਨੂੰ ਕੁੱਟ ਕੇ ਘਰੇ ਚਲਿਆ ਗਿਆ ਅਤੇ ਨਾਲੇ ਰੋਂਦਾ ਰੋਂਦਾ ਚਲਾ ਗਿਆ। ਇਸ 'ਤੇ ਜਿਹੜਾ ਫਟਿਕ ਨੂੰ ਬੜਾ, ਜਾਣੀ ਕਿ ਫਟਿਕ ਦੀ ਜਿਹੜੀ ਸਥਿਤੀ ਹੈ, ਮਨੋਦਸ਼ਾ ਹੈ, ਉਹ ਬੜੀ ਕਮਜ਼ੋਰ ਹੋ ਗਈ ਅਤੇ ਉਹ ਉੱਥੇ ਹੀ ਬੈਠਾ ਨਦੀ ਦੇ ਕਿਨਾਰੇ ਦੇ ਉੱਤੇ, ਸੋਚਾਂ ਦੇ ਵਿੱਚ ਗੁਆਚਿਆ ਹੋਇਆ ਵੀ ਹੁਣ ਕੀ ਬਣੂਗਾ, ਹੈ ਨਾ, ਵੀ ਇਹ ਲੜਾਈ ਝਗੜਾ ਜ਼ਿਆਦਾ ਵੱਧ ਗਿਆ। ਹੁਣ ਉਹਨੇ ਦੇਖਿਆ ਕਿ ਉਹ ਉੱਥੇ ਸਿਰ ਸੁੱਟੀ ਬੈਠਾ ਅਤੇ ਕੀ ਦੇਖਿਆ ਉਹਨੇ ਕਿ ਇੱਕ ਮਿਡਲ ਏਜਡ ਵਿਅਕਤੀ ਹੈ, ਉਹ ਉੱਧਰੋਂ ਆ ਰਿਹਾ। ਉਹ ਮਿਡਲ ਏਜਡ ਵਿਅਕਤੀ ਨੇ ਕੀ ਕੀਤਾ, ਫਟਿਕ ਨੂੰ ਪੁੱਛਿਆ ਵੀ ਭਾਈ ਕਿਹੜੇ ਘਰ ਦੇ ਮੈਂ ਜਾਣਾ। ਉਹਨੇ ਕਿਹਾ ਵੀ ਚੱਕਰਵਰਤੀ ਜਿਹੜਾ ਘਰ ਨੇ, ਐਡਰੈਸ ਉਹਨੇ ਦੱਸਿਆ ਵੀ ਉੱਥੇ ਮੈਨੇ ਜਾਣਾ। ਪਰ ਫਟਿਕ ਉਸ ਟਾਈਮ ਸੋਚਾਂ ਦੇ ਵਿੱਚ ਡੁੱਬਿਆ ਹੋਇਆ ਸੀਗਾ, ਉਹਨੇ ਉੱਪਰ ਮੂੰਹ ਚੱਕ ਕੇ ਨਹੀਂ ਦੇਖਿਆ ਅਤੇ ਉੱਥੋਂ ਹੀ ਕਹਿਤਾ ਵੀ ਗੋ ਐਂਡ ਫਾਈਂਡ ਆਊਟ, ਵੀ ਤੁਸੀਂ ਜਾਓ ਅਤੇ ਆਪੇ ਖੋਜ ਲਓ, ਮੈਨੂੰ ਨਹੀਂ ਪਤਾ ਕਿਸੇ ਦੇ ਘਰ ਦਾ। ਇਸ ਤਰ੍ਹਾਂ ਫਟਿਕ ਉੱਥੇ ਬੈਠਾ ਅਤੇ ਦੇਖਦਾ ਵੀ ਇੱਕ ਸਰਵੈਂਟ ਆਇਆ, ਜਾਣੀ ਕਿ ਇੱਕ ਸੇਵਾਦਾਰ ਆਇਆ ਘਰ ਦਾ। ਉਹਨੇ ਕੀ ਕੀਤਾ, ਫਟਿਕ ਨੂੰ ਦੱਸਿਆ ਵੀ ਭਾਈ ਘਰੇ ਤੈਨੂੰ ਬੁਲਾਇਆ ਜਾ ਰਿਹਾ, ਤੇਰੀ ਮਾਂ ਹੈ ਜਿਹੜੀ ਉਹ ਤੈਨੂੰ ਬੁਲਾ ਰਹੀ ਹੈ। ਅਸਲ ਦੇ ਵਿੱਚ ਜਿਹੜੀ ਚੀਜ਼ ਦਾ ਡਰ ਸੀ ਉਹੀ ਚੀਜ਼ ਹੋ ਗਈ। ਉਹਨੂੰ ਇਹੀ ਸੀ ਵੀ ਘਰੇ ਬੁਲਾਇਆ ਜਾਊਗਾ ਅਤੇ ਮੇਰੇ ਵੀ ਛਿੱਤਰ ਪੈਣਗੇ ਹੁਣ, ਅਤੇ ਇਸ ਕਰਕੇ ਉਹ ਕੀ ਸੀਗਾ, ਡਰਿਆ ਹੋਇਆ ਸੀ। ਉਹੀ ਗੱਲ ਹੋ ਗਈ, ਉਹਨੂੰ ਘਰੇ ਹੁਣ ਬੁਲਾ ਲਿਆ ਗਿਆ। ਹੁਣ ਆਪਾਂ ਦੇਖ ਸਕਦੇ ਹਾਂ ਕਿ ਜਦੋਂ ਉਹ ਘਰੇ ਗਿਆ, ਜਾਣੀ ਕਿ ਇੰਟਰ ਹੋਇਆ, ਤਾਂ ਉਹਦੀ ਮਾਂ ਸੀ ਜਿਹੜੀ ਉਹ ਹੋਰ ਵੀ ਗੁੱਸੇ ਹੋ ਰਹੀ ਸੀ। ਉਹਨੇ ਜਾਣ ਸਾਰ ਉਹਨੂੰ ਕਿਹਾ ਵੀ ਗਾਲਾਂ ਦਿੱਤੀਆਂ ਵੀ ਤੂੰ ਮੱਖਣ ਨੂੰ ਕਿਉਂ ਕੁੱਟਿਆ, ਕਿਉਂਕਿ ਮੱਖਣ ਨੇ ਘਰੇ ਜਾ ਕੇ ਕਹਿਤਾ ਵੀ ਫਟਿਕ ਨੇ ਮੈਨੂੰ ਕੁੱਟਿਆ, ਜਦੋਂ ਕਿ ਅਸੀਂ ਦੇਖ ਰਹੇ ਹਾਂ ਕਿ ਮੱਖਣ ਨੂੰ ਨਹੀਂ ਕੁੱਟਿਆ ਸੀਗਾ ਫਟਿਕ ਨੇ। ਉਹਦਾ ਜਿੱਦ ਕਰ ਰਿਹਾ ਸੀ, ਉਹਨੂੰ ਰੋੜਤਾ ਸੀ, ਸਗੋਂ ਮੱਖਣ ਨੇ ਫਟਿਕ ਨੂੰ ਕੁੱਟਿਆ ਸੀਗਾ। ਪਰ ਉੱਥੇ ਜਾ ਕੇ ਉਹਨੇ ਦੱਸਤਾ, ਰੋ ਕੇ ਉੱਥੇ ਆਪਣੀ ਦਸ਼ਾ ਬਿਆਨ ਕਰਤੀ ਸੀ। ਇਸ ਕਰਕੇ ਉਹਦੀ ਮਾਂ ਹੈ ਜਿਹੜੀ ਉਹਨਾਂ ਦੀ, ਉਹ ਗੁੱਸੇ ਹੋ ਰਹੀ ਸੀਗੀ। ਫਿਰ ਕੀ ਹੁੰਦਾ ਹੈ, ਤੁਹਾਨੂੰ ਕਹਾਣੀ ਦੱਸ ਦਿੰਦਾ ਮੈਂ ਤੁਹਾਨੂੰ। ਫਿਰ ਕੀ ਹੁੰਦਾ ਹੈ, ਜਦੋਂ ਫਟਿਕ ਨੂੰ ਪੁੱਛਿਆ ਜਾਂਦਾ ਤਾਂ ਫਟਿਕ ਕਹਿੰਦਾ ਵੀ ਮੈਂ ਨਹੀਂ ਕੁੱਟਿਆ। ਤਾਂ 1-2 ਵਾਰੀ ਉਹ ਜਵਾਬ ਦਿੰਦਾ ਵੀ ਮੈਂ ਨਹੀਂ ਕੁੱਟਿਆ, ਮਾਤਾ ਕਹਿ ਰਹੀ ਹੈ ਤੂੰ ਕਿਉਂ ਕੁੱਟਿਆ। ਇਸ ਨਾਲ ਹੀ ਨਾਲ ਮੱਖਣ ਵੀ ਕਹਿੰਦਾ ਵੀ ਮੈਨੂੰ ਕੁੱਟਿਆ, ਮੱਖਣ ਵੀ ਕਹਿ ਰਿਹਾ ਹੈ ਵੀ ਮੈਨੂੰ ਕੁੱਟਿਆ, ਪਰ ਫਟਿਕ ਕਹਿ ਰਿਹਾ ਮੈਂ ਕੁੱਟਿਆ ਨਹੀਂ। ਜਦੋਂ ਫਿਰ ਦੁਬਾਰੇ ਮੱਖਣ ਕਹਿੰਦਾ ਮੈਂ ਕੁੱਟਿਆ, ਤਾਂ ਕੀ ਹੋਇਆ, ਫਟਿਕ ਨੂੰ ਇੰਨਾ ਗੁੱਸਾ ਆਇਆ ਕਿ ਫਟਿਕ ਨੇ ਉਹਦੇ 2-3 ਹੋਰ ਜਿਹੜੀਆਂ ਧਰਤੀਆਂ ਆਪਾਂ ਕਹਿੰਦੇ ਹਾਂ ਵੀ ਉਹਦੇ ਥੱਪੜ ਮਾਰੇ ਅਤੇ ਆਖਿਆ ਵੀ ਕੁੱਟਣਾ ਤਾਂ ਇਹ ਹੁੰਦਾ ਭਾਈ, ਮੈਂ ਤਾਂ ਤੈਨੂੰ ਕੁੱਟਿਆ ਹੀ ਨਹੀਂ ਸੀਗਾ। ਇਸ ਤਰ੍ਹਾਂ ਜਿਹੜੀ ਗੱਲਬਾਤ ਹੈ ਜਿਹੜੀ ਉਹ ਹੋਰ ਵੀ ਜ਼ਿਆਦਾ ਵੱਧ ਗਈ। ਜਦੋਂ ਇੰਨਾ ਕੁਛ ਹੋ ਗਿਆ ਤਾਂ ਉਹ ਕੀ ਦੇਖਦੇ ਨੇ ਵੀ ਇੱਕ ਗ੍ਰੇ ਹੇਅਰਡ, ਉਹੀ ਮਿਡਲ ਏਜਡ ਵਿਅਕਤੀ ਜਿਹੜਾ ਫਟਿਕ ਨੂੰ ਮਿਲਿਆ ਸੀਗਾ ਨਦੀ ਦੇ ਕਿਨਾਰੇ, ਉਹ ਉਹਨਾਂ ਦੇ ਘਰੇ ਆ ਗਿਆ। ਅਤੇ ਕੀ ਹੋਇਆ, ਇਹ ਕੌਣ ਸੀਗਾ ਅਸਲ ਦੇ ਵਿੱਚ, ਇਹ ਫਟਿਕ ਦਾ ਮਾਮਾ ਸੀਗਾ। ਇਹ ਉਹ ਜਾਣੀ ਕਿ ਫਟਿਕ ਦੀ ਮਾਤਾ ਦਾ ਭਰਾ ਸੀ। ਮਾਤਾ ਦਾ ਭਰਾ ਕੀ ਹੋਇਆ, ਮਾਮਾ। ਤਾਂ ਦਾਦਾ ਭਰਾ ਨੂੰ ਹੀ ਕਹਿੰਦੇ ਨੇ। ਉਹਦੀ ਮਾਂ ਨੇ ਕਿਹਾ ਬਾਈ ਦਾਦਾ ਵੇਅਰ
ਹੈਵ ਯੂ ਕਮ ਫਰੋਮ, ਤੁਸੀਂ ਕਿੱਥੋਂ ਆਏ ਹੋ। ਅਤੇ ਜਾਣੀ ਕਿ ਜਿਹੜੇ ਵਿਅਕਤੀ ਨੂੰ ਉਹਨੇ ਪਤਾ ਨਹੀਂ ਦੱਸਿਆ ਸੀ ਉਹ ਉਹਨਾਂ ਦੇ ਘਰ ਹੀ ਆ ਗਿਆ, ਕਿਉਂਕਿ ਉਹ ਉਹਦਾ ਮਾਮਾ ਸੀਗਾ। ਬਿਸ਼ੰਬਰ ਉਹਦਾ ਨਾਮ ਸੀ। ਕੁਛ ਗੱਲਾਂ ਯਾਦ ਰੱਖਣੀਆਂ, ਜਿਵੇਂ ਬਿਸ਼ੰਬਰ ਉਹਦੇ ਮਾਮੇ ਦਾ ਨਾਂ ਸੀ, ਅਤੇ ਉਹਨਾਂ ਦੀ ਮਾਤਾ ਦਾ ਜਿਹੜਾ ਭਾਈ ਸੀਗਾ ਉਹਦਾ ਨਾਂ ਸੀ ਬਿਸ਼ੰਬਰ। ਅਤੇ ਇਹ ਇਹਨਾਂ ਨੇ ਸ਼ਾਇਦ ਕਦੇ ਨਾ ਦੇਖਿਆ ਹੋਵੇ, ਕਿਉਂਕਿ ਉਹ ਮੁੰਬਈ ਰਹਿੰਦਾ ਸੀਗਾ ਅਤੇ ਹੁਣ ਕਲਕੱਤਾ ਰਹਿਣ ਲੱਗਿਆ ਸੀਗਾ। ਪਹਿਲਾਂ ਮੁੰਬਈ ਰਹਿਣ ਕਰਕੇ ਸ਼ਾਇਦ ਉਹ ਜਾਣਦੇ ਨਾ ਹੋਣ, ਹੈ ਨਾ, ਅਤੇ ਫਟਿਕ ਅਤੇ ਮੱਖਣ, ਪਰ ਹੁਣ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਸਾਡਾ ਮਾਮਾ ਹੈ। ਫਟਿਕ ਨੂੰ ਵੀ ਹੁਣ ਪਤਾ ਲੱਗਿਆ ਵੀ ਜਿਹੜਾ ਉਹ ਵਿਅਕਤੀ ਸੀ ਉਹ ਮੇਰਾ ਮਾਮਾ ਸੀ, ਉਹਦਾ ਨਾਮ ਬਿਸ਼ੰਬਰ ਹੈ। ਪਹਿਲਾਂ ਉਹ ਮੁੰਬਈ ਰਹਿੰਦਾ ਸੀ ਅਤੇ ਹੁਣ ਉਹ ਕਲਕੱਤਾ ਰਹਿਣ ਲੱਗਿਆ ਸੀ, ਅਤੇ ਉਹ ਉੱਥੇ ਆਪਣੀ ਭੈਣ ਨੂੰ ਮਿਲਣ ਵਾਸਤੇ ਆਇਆ ਸੀ। ਇਸ ਤਰ੍ਹਾਂ ਗੱਲਾਂ ਬਾਤਾਂ ਕਰਨ ਤੋਂ ਬਾਅਦ ਜਾਣੀ ਕਿ ਜਿਸ ਦਿਨ ਬਿਸ਼ੰਬਰ ਨੇ, ਉਹਨਾਂ ਦੇ ਮਾਮੇ ਨੇ ਘਰ ਜਾਣਾ ਸੀ, ਤਾਂ ਉਹਨੇ ਆਪਣੀ ਭੈਣ ਨੂੰ ਸਲਾਹ ਦਿੱਤੀ ਵੀ ਮੈਂ ਫਟਿਕ ਨੂੰ ਮੈਂ ਨਾਲ ਲੈ ਜਾਂਦਾ, ਵੀ ਇਹ ਵਧੀਆ ਸਾਡੇ ਘਰ ਵੀ ਰੌਣਕ ਜੀ ਹੋ ਜੂਗੀ, ਵੀ ਮੈਂ ਫਟਿਕ ਨੂੰ ਨਾਲ ਲੈ ਜਾ। ਅਤੇ ਜਿਹੜੀ ਫਟਿਕ ਦੀ ਮਾਤਾ ਸੀ ਉਹ ਵਿਡੋ ਸੀ, ਯਾਨੀ ਕਿ ਉਹ ਵਿਧਵਾ ਸੀਗੀ, ਅਤੇ ਇਹਨਾਂ ਦਾ ਬਾਪ ਹੈ ਨਹੀਂ ਸੀ। ਇਸ ਕਰਕੇ ਉਹ ਮੰਨ ਗਈ ਵੀ ਚਲੋ ਤੁਸੀਂ ਇਹਨੂੰ ਲੈ ਜਾਓ, ਕੋਈ ਗੱਲ ਨਹੀਂ। ਅਤੇ ਨਾਲ ਹੀ ਇੱਕ ਚੀਜ਼ ਹੋਰ ਹੋ ਗਿਆ, ਉਹ ਕੀ ਸੀ ਵੀ ਗੈਟ ਰਿਡ ਆਫ ਫਟਿਕ। ਇਸ ਨਾਲ ਫਟਿਕ ਤੋਂ ਛੁਟਕਾਰਾ ਵੀ ਮਿਲ ਜੂਗਾ ਉਹਨੂੰ, ਕਿਉਂਕਿ ਇਹ ਲੜਦੇ ਰਹਿੰਦੇ ਨੇ, ਝਗੜਦੇ ਰਹਿੰਦੇ ਨੇ, ਅਤੇ ਜਦੋਂ ਇਹ ਇਕੱਲਾ ਹੋਊਗਾ ਤਾਂ ਇਹ ਲੜੂਗਾ ਕਿਹਦੇ ਨਾਲ। ਇਸ ਤਰ੍ਹਾਂ ਇਹਨਾਂ ਦਾ ਵੀ ਕੰਮ ਜਿਹੜਾ ਸੌਖਾ ਹੋ ਜੂਗਾ। ਅਤੇ ਉਹਦੀ ਮਾਂ ਮੰਨ ਗਈ, ਅਤੇ ਫਟਿਕ ਸੀ ਜਿਹੜਾ ਇਸ ਟਾਈਮ ਬਹੁਤ ਖੁਸ਼ੀ ਦੇ ਵਿੱਚ ਸੀ, ਕਿਉਂਕਿ ਉਹਨੇ ਸੋਚਿਆ ਵੀ ਮੈਂ ਉੱਥੇ ਜਾਊਂਗਾ, ਜਿਵੇਂ ਮੈਂ ਇੱਥੇ ਰਹਿਣਾ ਉੱਥੇ ਵੀ ਉਸੇ ਤਰੀਕੇ ਨਾਲ ਰਹੂੰਗਾ। ਚਲੋ ਉੱਥੇ ਉਹਦਾ ਮਾਮਾ ਸੀ ਜਿਹੜਾ ਫਟਿਕ ਨੂੰ ਨਾਲ ਲੈ ਕੇ ਆ ਗਿਆ ਕਲਕੱਤੇ। ਉਹ ਕਲਕੱਤੇ ਜਾਣੀ ਕਿ ਪਹੁੰਚ ਗਏ। ਕਲਕੱਤਾ ਜਦੋਂ ਪਹੁੰਚੇ ਤਾਂ ਫਟਿਕ ਦੀ ਜਿਹੜੀ ਆਂਟ ਸੀਗੀ, ਮਾਮੀ ਲਾ ਲਓ, ਤਾਂ ਉਹ ਪਹਿਲੀ ਵਾਰੀ ਉਹਨੂੰ ਮਿਲੀ ਸੀ। ਤਾਂ ਉਹਦੀ ਅਸਲ ਕਹਾਣੀ ਇੱਥੋਂ ਸ਼ੁਰੂ ਹੁੰਦੀ ਹੈ, ਇਮੋਸ਼ਨਲ ਕਹਾਣੀ। ਤਾਂ ਇੱਥੇ ਕੀ ਸੀ, ਜਿਹੜੀ ਉਹਦੀ ਮਾਮੀ ਸੀ ਉਹ ਉਹਨੂੰ ਅਨਨੈਸੈਸਰੀ ਚੀਜ਼ ਸਮਝਦੀ ਸੀ, ਵੀ ਇੱਥੇ ਬੱਚਿਆਂ ਦੇ ਵਿੱਚ ਇੱਕ ਹੋਰ ਅਨਨੈਸੈਸਰੀ ਚੀਜ਼ ਜੁੜ ਗਈ, ਐਡੀਸ਼ਨ ਹੋ ਗਿਆ, ਵੀ ਯਾਨੀ ਕਿ ਇਹ ਤਾਂ ਫਾਲਤੂ ਚੀਜ਼ ਹੈ, ਵੀ ਇਹ ਕਿਹੜੀ ਤੁਸੀਂ ਕਿਸ ਫਾਲਤੂ ਸ਼ੈ ਨੂੰ ਉਰੇ ਲੈ ਕੇ ਆ ਗਏ। ਇੱਥੋਂ ਕਹਾਣੀ ਜਿਹੜੀ ਹੈਗੀ ਹੈ, ਸਾਨੂੰ ਲੱਗਦਾ ਹੈ ਕਿ ਮੋੜ ਕਹਾਣੀ ਦੇ ਵਿੱਚ ਆ ਗਿਆ, ਕਿਉਂਕਿ ਉਹਦੀ ਜਿਹੜੀ ਮਾਮੀ ਸੀ ਉਹ ਸੋਚਦੀ ਸੀ ਵੀ 14 ਕੁ ਸਾਲ ਦਾ ਬੱਚਾ ਇਹ ਕਿਸੇ ਕੰਮ ਦਾ ਹੁੰਦਾ ਨਹੀਂ, 14 ਸਾਲ ਦੇ ਬੱਚੇ ਨੂੰ ਕੋਈ ਅਕਲ ਨਹੀਂ ਹੁੰਦੀ, ਇਹ ਬਾਦੂ ਦਾ ਸਾਡੇ 'ਤੇ ਬੋਝ ਬਣੂਗਾ, ਖਾਊਗਾ ਵੀ ਪੀਊਗਾ ਵੀ, ਇਹਦੇ ਕੱਪੜੇ ਵੀ ਧੋਣੇ ਪੈਣਗੇ, ਇਹਦਾ ਸਾਰਾ ਸਾਂਭ ਸੰਭਾਲ ਸਾਨੂੰ ਕਰਨੀ ਪਊਗੀ, ਵੀ ਇਹ ਇੱਕ ਅਨਨੈਸੈਸਰੀ ਚੀਜ਼ ਹੈ, ਫਾਲਤੂ ਚੀਜ਼ ਹੈ, ਇਹ ਤੁਸੀਂ ਕਿੱਥੋਂ ਲੈ ਕੇ ਆ ਗਏ। ਇਸ ਤਰ੍ਹਾਂ ਜਿਹੜੀ ਕਿ ਫਟਿਕ ਦੇ ਜਾਣੀ ਕਿ ਉੱਥੇ ਜਾਣ ਨਾਲ ਉਸਦੀ ਮਾਮੀ ਖੁਸ਼ ਨਹੀਂ ਹੋਈ। ਪਰ ਲੇਖਕ ਸਾਨੂੰ ਇਹ ਦੱਸਦਾ ਹੈ ਵੀ ਜਿਹੜਾ ਇੱਕ ਬੱਚੇ ਦਾ ਜਿਹੜਾ ਘਰ ਹੁੰਦਾ ਆਪਣਾ, ਉਹ ਉਹਦੇ ਵਾਸਤੇ ਪੈਰਾਡਾਈਜ਼ ਹੁੰਦਾ, ਉਹ ਉਹਦੇ ਵਾਸਤੇ ਸਵਰਗ ਹੁੰਦਾ। 13, 14, 15 ਸਾਲ ਦੇ ਬੱਚਿਆਂ ਵਾਸਤੇ ਉਹਨਾਂ ਦਾ ਘਰ ਹੀ ਸਵਰਗ ਹੁੰਦਾ, ਜਿਹਨੂੰ ਉਹ ਚੰਗੀ ਤਰ੍ਹਾਂ ਜਾਣਦੇ ਨੇ। ਪਰ ਜੇ ਉਹ ਸਟਰੇਂਜਰ ਬਣ ਕੇ ਜਾਂਦੇ ਨੇ, ਕਿਸੇ ਦੇ ਘਰ ਦੇ ਵਿੱਚ ਰਹਿੰਦੇ ਨੇ, ਉਹ ਓਨਾ ਆਨੰਦ ਕਦੇ ਵੀ ਨਹੀਂ ਲੈ ਸਕਦੇ ਜਿੰਨਾ ਆਪਣੇ ਘਰ ਦੇ ਵਿੱਚ ਲੈਂਦੇ ਨੇ। ਮੇਨ ਭਾਵ ਜਾਣੀ ਕਿ ਸਟੋਰੀ ਦਾ ਇਹ ਹੈ ਜਿਹੜਾ ਇੱਥੇ ਆ ਕੇ ਲੇਖਕ ਸਾਨੂੰ ਦੱਸ ਰਿਹਾ ਹੈ। ਹੁਣ ਅਸੀਂ ਇਸ ਗੱਲ ਦਾ ਅੰਦਾਜ਼ਾ ਲਾ ਸਕਦੇ ਹਾਂ ਕਿ ਜਿਹੜੀ ਉਹਦੀ ਮਾਮੀ ਸੀਗੀ, ਉਹਦੀ ਫਟਿਕ ਦੀ, ਉਹਦੇ ਨਾਲ ਉਹ ਖੁਸ਼ ਨਹੀਂ ਸੀ, ਤਾਂ ਹੁਣ ਅਸੀਂ ਸਮਝ ਸਕਦੇ ਹਾਂ ਕਿ ਫਟਿਕ ਦੀ ਇੱਥੇ ਦਸ਼ਾ ਕੀ ਹੋਊਗੀ। ਇਹ ਤਾਂ ਅਸੀਂ ਬਿਲਕੁਲ ਜਾਣੀ ਕਿ ਸਮਝ ਸਕਦੇ ਹਾਂ ਕਿ ਉਹਦੀ ਨਿੱਕੀ ਨਿੱਕੀ ਗਲਤੀ ਵੀ ਫੜੀ ਜਾਊਗੀ, ਅਤੇ ਉਹਦੇ ਨਾਲ ਜਿਹੜਾ ਬਿਹੇਵ ਹੈ ਉਹ ਚੰਗਾ ਹੋਣ ਵਾਲਾ ਨਹੀਂ ਹੈਗਾ। ਫਟਿਕ ਦੀ ਹਾਲਤ ਹੈ ਜਿਹੜੀ ਬਹੁਤ ਇਸ ਜਗ੍ਹਾ 'ਤੇ ਬਹੁਤ ਬੁਰੀ ਹੋ ਗਈ, ਕਿ ਨਾ ਹੀ ਤਾਂ ਖੇਡਣ ਵਾਲਾ ਕੋਈ ਲੜਕਾ ਸੀਗਾ ਵੀ ਫਟਿਕ ਦੇ ਨਾਲ ਖੇਡ ਸਕੇ, ਅਤੇ ਨਾ ਹੀ ਉਹਨੂੰ ਘਰੇ ਪਿਆਰ ਮਿਲਦਾ ਸੀ, ਅਤੇ ਨਾ ਹੀ ਉਹ ਸਕੂਲ ਦੇ ਵਿੱਚ ਉਹਦਾ ਦਿਲ ਲੱਗਦਾ ਸੀ, ਜਿਹੜੇ ਸਕੂਲ ਦੇ ਵਿੱਚ ਉਹ ਜਾਂਦਾ ਸੀ। ਕਿਉਂਕਿ ਉਹਦਾ ਦਿਲ ਇਸ ਕਰਕੇ ਨਹੀਂ ਲੱਗਦਾ ਸੀ, ਨਾ ਹੀ ਤਾਂ ਉਹ ਕਿਸੇ ਨਾਲ ਖੇਡਦਾ ਸੀ, ਕਿਉਂਕਿ ਬੱਚਾ ਜਦੋਂ ਤੱਕ ਖੇਡਦਾ ਨਹੀਂ ਆਪਣੇ ਸਾਥੀਆਂ ਨਾਲ, ਉਦੋਂ ਤੱਕ ਉਹਨੂੰ ਆਨੰਦ ਹੀ ਨਹੀਂ ਆਉਂਦਾ, ਅਤੇ ਜਿਸ ਕਰਕੇ ਉਹਦੀ ਹਾਲਾਤ ਥੋੜ੍ਹੀ ਮਾੜੇ ਹੋ ਗਏ। ਅਤੇ
ਘਰੋਂ ਡਾਂਟ ਪੈਂਦੀ ਸੀਗੀ। ਘਰੇ ਉਹਦੀ ਮਾਮੀ ਉਹਨੂੰ ਬੁਰਾ ਮੰਨਦੀ ਸੀ, ਚੰਗਾ ਸਮਝਦੀ ਨਹੀਂ ਸੀਗੀ, ਅਤੇ ਨਾ ਕੋਈ ਖੇਡਣ ਵਾਲਾ ਸੀ, ਅਤੇ ਸਕੂਲ ਦੇ ਵਿੱਚ ਵੀ ਉਹ ਨਿਰਾਸ਼ ਹੀ ਰਹਿੰਦਾ ਸੀ। ਜਾਣੀ ਕਿ ਇਹ ਮਨੋਦਸ਼ਾ ਹੈ, ਸਾਈਕੋਲੋਜੀਕਲੀ ਫੈਕਟ ਨੇ ਕਿ ਬੱਚਾ ਇਸ ਟਾਈਮ ਕੀ ਸੋਚੂਗਾ। ਬੱਚਾ ਇਸ ਟਾਈਮ ਕੁਛ ਸੋਚ ਨਹੀਂ ਸਕਦਾ। ਬੱਚਾ ਬਹੁਤ ਜ਼ਿਆਦਾ ਨਿਰਾਸ਼ ਅਤੇ ਉਦਾਸ ਹੋ ਜਾਂਦਾ ਹੈ ਜਦੋਂ ਇਸ ਤਰ੍ਹਾਂ ਦੇ ਹਾਲਾਤ ਹੋ ਜਾਂਦੇ ਨੇ ਵੀ ਉਹਨੂੰ ਖੇਡਣ ਲਈ ਉਹਦੇ ਦੋਸਤ ਨਹੀਂ ਮਿਲਦੇ, ਅਤੇ ਨਾ ਹੀ ਉਹ ਆਪਣਾ ਘਰ ਦੇ ਵਿੱਚ ਰਹਿੰਦਾ, ਅਤੇ ਉਹਨੂੰ ਆਪਣੇ ਘਰ ਦਾ ਦੁੱਖ ਸਤਾਉਣ ਲੱਗ ਗਿਆ। ਹੁਣ ਉਹਨੂੰ ਇਹ ਹੋਣ ਲੱਗ ਗਿਆ ਵੀ ਮੇਰਾ ਘਰ ਕਿੱਥੇ ਹੈ, ਮੈਂ ਘਰੇ ਕਦੋਂ ਜਾਊਂਗਾ, ਕਦੋਂ ਮੈਂ ਆਪਣੇ ਦੋਸਤਾਂ ਦੇ ਵਿੱਚ ਖੇਡੂੰਗਾ, ਹੈ ਨਾ। ਤਾਂ ਇਸ ਤਰ੍ਹਾਂ ਦੀ ਇਹ ਸਟੋਰੀ ਹੈ। ਅੱਗੇ ਦੇਖਦੇ ਹਾਂ ਅਸੀਂ। ਉਹੀ ਗੱਲ ਆਖਰ ਦੇ ਵਿੱਚ ਘਰ ਦੀ ਯਾਦ ਸਤਾਉਂਦੀ ਹੈ, ਤਾਂ ਉਹ ਇੱਕ ਵਾਰੀ ਆਪਣੇ ਅੰਕਲ ਨੂੰ ਪੁੱਛਦਾ, ਅੰਕਲ ਵੈਨ ਕੈਨ ਆਈ ਗੋ ਹੋਮ। ਅੰਕਲ ਜੀ ਮੈਂ ਘਰੇ ਕਦੋਂ ਜਾਊਂਗਾ। ਜਾਣੀ ਕਿ ਉਹਨੂੰ ਘਰ ਦੀ ਯਾਦ ਸਤਾਉਣ ਲੱਗ ਗਈ। ਵਿਚਾਰਾ ਉਹ ਹੁਣ ਬੰਦਿਸ਼ ਮਹਿਸੂਸ ਕਰਦਾ ਹੈ, ਹੁਣ ਉਹ ਆਜ਼ਾਦੀ ਮਹਿਸੂਸ ਨਹੀਂ ਕਰਦਾ। ਅਤੇ ਉਹਦਾ ਅੰਕਲ ਉਹਨੂੰ ਕਹਿੰਦਾ ਹੈ ਵੀ ਵੇਟ ਟਿਲ ਦ ਹੋਲੀਡੇਜ਼ ਕਮ, ਵੀ ਜਦੋਂ ਤੱਕ ਛੁੱਟੀਆਂ ਆਉਂਦੀਆਂ ਨੇ ਉਦੋਂ ਤੱਕ ਵੇਟ ਕਰ, ਵੀ ਜਦੋਂ ਛੁੱਟੀਆਂ ਆ ਗਈਆਂ ਫਿਰ ਤੂੰ ਘਰੇ ਜਾ ਆਈ, ਹੈ ਨਾ। ਇਹ ਗੱਲ ਸੀਗੀ। ਇੱਕ ਦਿਨ ਕੀ ਹੋਇਆ ਕਿ ਫਟਿਕ ਦੀ ਕਿਤਾਬ ਗੁੰਮ ਹੋ ਗਈ, ਮਤਲਬ ਕਿਤੇ ਖੋਈ ਗਈ, ਲੋਸਟ ਹੋ ਗਈ। ਤਾਂ ਉਸ ਟਾਈਮ ਵੀ ਉਹਨੂੰ ਬਹੁਤ ਜਿਹੜੀਆਂ ਮਾੜੀ ਗੱਲ ਮੰਨੀ ਗਈ, ਅਤੇ ਘਰੇ ਉਸਦਾ ਬਹੁਤ ਜ਼ਿਆਦਾ ਵਿਰੋਧ ਹੋਇਆ। ਉਹਦੀ ਮਾਮੀ ਨੇ ਉਹਦਾ ਯਾਨੀ ਕਿ ਕੁਟਾਪਾ ਵੀ ਕੀਤਾ ਵੀ ਇਹ ਕੀ ਤੂੰ ਕਿਤਾਬਾਂ ਐਵੇਂ ਰੋਲਣ ਲੱਗ ਗਿਆ, ਅੱਜ ਕਿਤਾਬ ਭੁੱਲਿਆ ਤੱਕ, ਇਹ ਤਾਂ ਤੂੰ ਨੁਕਸਾਨ ਕਰਨ ਲੱਗ ਗਿਆ, ਐਂ ਹੋ ਗਿਆ, ਵਾਹ ਹੋ ਗਿਆ। ਯਾਨੀ ਕਿ ਉਹਦੇ ਨਾਲ ਹੁਣ ਹੋਰ ਵੀ ਜ਼ਿਆਦਾਤੀ ਜਿਹੜੀ ਹੋਣ ਲੱਗ ਗਈ, ਵੀ ਇੱਕ ਕਿਤਾਬ ਗੁੰਮਣ ਦੇ ਕਰਕੇ ਹੀ ਉਹਨੂੰ ਕੁੱਟ ਪੈ ਗਈ, ਹੈ ਨਾ। ਇਸ ਤਰ੍ਹਾਂ ਉਹਦੇ ਹਾਲਾਤ ਸੀਗੇ ਜਿਹੜੇ ਹੋਰ ਵੀ ਮਾੜੇ ਹੋ ਗਏ। ਪਿਆਰੇ ਵਿਦਿਆਰਥੀਓ, ਉਸ ਦਾ ਜਿਹੜਾ ਹਾਲ ਹੈ ਉਹ ਬਹੁਤ ਬੁਰਾ ਹੋ ਗਿਆ, ਹਾਲਾਤ ਬੁਰੇ ਹੋ ਗਏ। ਉਸ ਰਾਤ ਕੀ ਹੋਇਆ ਕਿ ਉਸ ਰਾਤ ਜਦੋਂ ਉਹ ਘਰ ਆ ਰਿਹਾ ਸੀਗਾ ਸਕੂਲ ਤੋਂ, ਤਾਂ ਫਟਿਕ ਨੂੰ ਹੈਡੇਕ ਹੋਣ ਲੱਗ ਗਿਆ, ਉਹਦਾ ਸਿਰ ਦੁਖਣ ਲੱਗ ਗਿਆ, ਅਤੇ ਸ਼ਿਵਰਿੰਗ ਫਿੱਟ ਯਾਨੀ ਕਿ ਉਸਨੂੰ ਥੋੜ੍ਹੀ ਕੰਬਣੀ ਵੀ ਛਿੜਨ ਲੱਗ ਗਈ, ਅਤੇ ਉਹਨੂੰ ਲੱਗਿਆ ਵੀ ਮਲੇਰੀਏ ਦਾ ਅਟੈਕ ਹੋ ਗਿਆ ਮੈਨੂੰ। ਅਤੇ ਇੱਕ ਤਾਂ ਇਹ ਪ੍ਰੋਬਲਮ ਹੋ ਗਈ ਉਹਨੂੰ, ਅਤੇ ਦੂਸਰਾ ਉਹਨੂੰ ਡਰ ਸੀਗਾ ਆਪਣੀ ਆਂਟੀ ਦਾ, ਵੀ ਆਂਟੀ ਕੀ ਕਹੂਗੀ, ਹੈ ਨਾ। ਇਸ ਕਰਕੇ ਉਹ ਉੱਥੋਂ ਇਹ ਪਤਾ ਹੀ ਨਹੀਂ ਲੱਗਿਆ ਕਿ ਕਿੱਧਰ ਨੂੰ ਚਲਾ ਗਿਆ, ਅਤੇ ਯਾਨੀ ਕਿ ਡਰ ਵੀ ਸੀਗਾ ਉਹਨੂੰ, ਅਤੇ ਉਹਦੇ ਹਾਲਾਤ ਵੀ ਮਾੜੇ ਸੀ, ਉਦਾਸ ਵੀ ਸੀਗਾ, ਅਤੇ ਉਹਨੂੰ ਘਰ ਦੀ ਯਾਦ ਵੀ ਸਤਾਉਂਦੀ ਸੀ। ਇਸ ਕਰਕੇ ਉੱਥੇ ਜਦੋਂ ਅਗਲੀ ਮਾਰਨਿੰਗ ਦੇਖਿਆ ਗਿਆ ਤਾਂ ਫਟਿਕ ਨੂੰ ਕਿਤੇ ਵੀ ਨਹੀਂ ਲੱਭਿਆ ਗਿਆ। ਸਾਰਿਆਂ ਨੇ ਸਰਚ ਕੀਤੀ, ਆਂਢੀ ਗੁਆਂਢੀ ਸਾਰੇ ਲੋਕਾਂ ਨੇ, ਅਤੇ ਆਖਰ ਜਦੋਂ ਉਹ ਨਹੀਂ ਲੱਭਿਆ ਤਾਂ ਬਿਸ਼ੰਬਰ ਨੇ, ਉਹਦੇ ਮਾਮੇ ਨੇ ਕੀ ਕੀਤਾ, ਪੁਲਿਸ ਨੂੰ ਫੋਨ ਕੀਤਾ ਵੀ ਉਹ ਸਾਡੀ ਹੈਲਪ ਕਰਨ, ਵੀ ਉਹ ਫਟਿਕ ਨੂੰ ਲੱਭਣ ਵਿੱਚ ਸਾਡੀ ਹੈਲਪ ਕਰਨ, ਤਾਂ ਕਿ ਫਟਿਕ ਸਾਨੂੰ ਮਿਲ ਜੇ ਕਿਤੇ। ਜਦੋਂ ਪੁਲਿਸ ਨਾਲ ਗੱਲ ਹੋ ਗਈ ਤਾਂ ਪੁਲਿਸ ਨੇ ਉਹਨੂੰ ਲੱਭਣਾ ਸ਼ੁਰੂ ਕੀਤਾ, ਤਾਂ ਉਹਨਾਂ ਨੇ ਲੱਭ ਵੀ ਲਿਆ ਫਟਿਕ ਨੂੰ। ਜਿਹੜੇ 2 ਕੰਸਟੇਬਲ ਸੀਗੇ, ਜਿਹੜੇ ਸਿਪਾਹੀ ਸੀਗੇ, ਉਹਨਾਂ ਨੇ ਲੱਭ ਲਿਆ, ਅਤੇ ਉਹਨਾਂ ਨੇ ਜਦੋਂ ਬਿਸ਼ੰਬਰ ਦੇ ਕੋਲੇ ਲੈ ਕੇ ਆਏ ਉਹ ਘਰੇ, ਤਾਂ ਉਹਦੀ ਹਾਲਾਤ ਬਹੁਤ ਮਾੜੀ ਸੀਗੀ। ਉਹਦੇ ਅੰਗ ਹੱਥ ਪੈਰ ਜਿਹੜੇ ਕੰਬ ਰਹੇ ਸੀਗੇ, ਉਹਨੂੰ ਮਤਲਬ ਕਾਂਬਾ ਚੜ੍ਹਿਆ ਹੋਇਆ ਸੀਗਾ, ਪਾਲਾ ਜਿਹਨੂੰ ਅਸੀਂ ਕਹਿੰਦੇ ਹਾਂ, ਠੰਡ ਲੱਗ ਰਹੀ ਸੀਗੀ। ਅਤੇ ਇੱਥੇ ਹੀ ਉਹਦੀ ਜਿਹੜੀ ਪਤਨੀ ਸੀਗੀ, ਜਾਣੀ ਕਿ ਉਹਦੀ ਮਾਮੀ ਸੀਗੀ, ਬਿਸ਼ੰਬਰ ਦੀ ਪਤਨੀ ਅਤੇ ਫਟਿਕ ਦੀ ਮਾਮੀ, ਉਹ ਫੇਰ ਗਾਲਾਂ ਦੇਣ ਲੱਗ ਗਈ। ਦੇਖੋ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਵੀ ਉਹ ਗਾਲਾਂ ਦੇ ਰਹੀ ਹੈ ਵੀ ਇਹ ਹੀਪ ਆਫ ਟਰਬਲ, ਇਹ ਤਾਂ ਬਹੁਤ ਜ਼ਿਆਦਾ ਪ੍ਰੋਬਲਮਾਂ ਕ੍ਰੀਏਟ ਕਰਦਾ। ਕਹਿੰਦੀ ਵੀ ਇੱਦੋਂ ਨਾਲੋਂ ਤਾਂ ਇਹਨੂੰ ਘਰੇ ਭੇਜ ਦਿਓ, ਇਹਨੂੰ ਘਰੇ ਕਿਉਂ ਨਹੀਂ ਭੇਜਦੇ। ਉਹ ਉਹਦੇ ਆਪਣੇ ਪਤੀ ਦੇ ਨਾਲ ਲੜਨ ਲੱਗ ਗਈ। ਤਾਂ ਜਦੋਂ ਇਹ ਸ਼ਬਦ ਫਟਿਕ ਨੇ ਸੁਣੇ ਤਾਂ ਉਹਨੇ ਸੋਬੜ ਅਲਾਊਡ ਮਤਲਬ ਜਿਵੇਂ ਅਸੀਂ ਰੋਂਦੇ ਹੋਏ ਉਹ ਲੈਂਦੇ ਹਾਂ, ਕੀ ਕਹਿੰਦੇ ਹਾਂ ਅਸੀਂ ਉਸਨੂੰ ਪੰਜਾਬੀ ਦੇ ਵਿੱਚ, ਸੋਬਰਡ ਕਹਿੰਦੇ ਨੇ ਇੰਗਲਿਸ਼ ਦੇ ਵਿੱਚ।
ਜਾਣੀ ਕਿ ਹੌਂਕੇ ਹੌਂਕੇ ਹੋ ਰਿਹਾ, ਉਹ ਮਤਲਬ ਹੌਂਕੇ ਲੈ ਰਿਹਾ ਜਾਂ ਸਿਸਕੀਆਂ ਲੈ ਰਿਹਾ। ਉਹਨੇ ਉੱਚੀ ਆਵਾਜ਼ ਦੇ ਵਿੱਚ ਕਿਹਾ ਵੀ ਅੰਕਲ ਆਈ ਵਾਜ਼ ਜਸਟ ਗੋਇੰਗ ਹੋਮ, ਕਹਿੰਦਾ ਮੈਂ ਤਾਂ ਘਰ ਜਾ ਰਿਹਾ ਸੀ ਬਟ ਦੇ ਡਰੈਗਡ ਮੀ ਬੈਕ ਅਗੇਨ, ਪਰ ਉਹ ਮੈਨੂੰ ਵਾਪਸ ਲੈ ਕੇ ਆ ਗਏ, ਯਾਨੀ ਕਿ ਸਿਪਾਹੀ ਮੈਨੂੰ ਲਿਆਏ, ਮੈਂ ਤਾਂ ਘਰੇ ਹੀ ਜਾ ਰਿਹਾ ਸੀਗਾ। ਫਿਰ ਕੀ ਹੈ, ਉਸ ਨੂੰ ਬੁਖਾਰ ਚੜ ਗਿਆ, ਬਹੁਤ ਜ਼ਿਆਦਾ ਬੁਖਾਰ ਹੋ ਰਿਹਾ ਇਸ ਟਾਈਮ, ਅਤੇ ਰੈਪਿਡਲੀ ਇਨਕਰੀਜ਼ ਹੋ ਰਿਹਾ, ਅਤੇ ਉਹ ਸਾਰੀ ਰਾਤ ਜਿਹੜਾ ਸੋ ਨਹੀਂ ਸਕਿਆ। ਅਤੇ ਨਾਲ ਹੀ ਬਿਸ਼ੰਬਰ ਹੈ, ਉਹ ਇੱਕ ਡਾਕਟਰ ਨੂੰ ਬੁਲਾ ਲਿਆ, ਅਤੇ ਫਟਿਕ ਨੇ ਆਪਣੀਆਂ ਅੱਖਾਂ ਖੋਲ੍ਹੀਆਂ, ਅਤੇ ਅੱਖਾਂ ਖੋਲ੍ਹਦੇ ਹੀ ਉਹਨੇ ਇਹ ਗੱਲ ਆਖੀ ਵੀ ਅੰਕਲ ਹੈਵਨਟ ਦਾ ਹੋਲੀਡੇ ਕਮ ਜੈਟ, ਵੀ ਜਿਹੜੀਆਂ ਛੁੱਟੀਆਂ ਨੇ ਹਲੇ ਆਈਆਂ ਹੀ ਨਹੀਂ ਹੈਗੀਆਂ, ਵੀ ਤਾਂ ਕਿ ਮੈਂ ਘਰੇ ਚਲਾ ਜਾਵਾਂ। ਬਿਸ਼ੰਬਰ ਵਿਚਾਰਾ, ਬਿਸ਼ੰਬਰ ਜਿਹੜਾ ਉਹਦਾ ਮਾਮਾ ਸੀ, ਉਹ ਉਹਦੇ ਬਾਰੇ ਬਹੁਤ ਸੋਚਦਾ ਸੀ, ਉਹਦੀਆਂ ਅੱਖਾਂ 'ਚੋਂ ਵੀ ਹੰਝੂ ਆ ਗਏ। ਅਤੇ ਫਟਿਕ ਦੇ ਜਦੋਂ ਉਹਨੇ ਬਰਨਿੰਗ ਹੈਂਡ ਯਾਨੀ ਕਿ ਤਪ ਰਹੇ ਹੱਥਾਂ ਨੂੰ ਪਕੜਿਆ, ਅਤੇ ਉਹ ਵੀ ਸਾਰੀ ਰਾਤ ਉੱਥੇ ਹੀ ਬੈਠਾ ਰਿਹਾ, ਅਤੇ ਉਹ ਮਟਰ ਕਰਨ ਲੱਗਿਆ। ਮਟਰ ਦਾ ਮਤਲਬ ਹੁੰਦਾ ਹੈ ਗੁਣਗੁਣਾਉਣਾ, ਕਹਿ ਲਓ। ਗੁਣਗੁਣਾਉਣਾ ਤਾਂ ਵੈਸੇ ਗੀਤ ਹੁੰਦਾ, ਪਰ ਅੰਦਰੋਂ ਅੰਦਰ ਹੀ ਬੋਲਣਾ। ਕੋਈ ਬੱਚਾ ਅੰਦਰੋਂ ਅੰਦਰ ਹੀ ਆਪਣੇ ਮਨ ਦੇ ਵਿੱਚ ਬੋਲਦਾ ਹੈ, ਪਰ ਉਹਨੂੰ ਪਤਾ ਨਹੀਂ ਹੁੰਦਾ ਵੀ ਮੈਂ ਕੀ ਬੋਲ ਰਿਹਾ। ਤਾਂ ਉਹ ਕੀ ਆਵਾਜ਼ ਕਰ ਰਿਹਾ ਹੈ, ਮਦਰ ਹੀ ਕਰਾਈਡ, ਉਹ ਉੱਚੀ ਉੱਚੀ ਬੋਲ ਰਿਹਾ ਵੀ ਮਦਰ ਡੋਂਟ ਬੀਟ ਮੀ ਲਾਈਕ ਦੈਟ, ਮੈਨੂੰ ਇਸ ਤਰ੍ਹਾਂ ਨਾ ਕੁੱਟੋ ਮਦਰ, ਆਈ ਐਮ ਟੈਲਿੰਗ ਦਾ ਟਰੁੱਥ, ਮੈਂ ਤੁਹਾਨੂੰ ਸੱਚ ਦੱਸਾਂਗਾ। ਕੀ ਹੈ ਵੀ ਮਤਲਬ ਉਹ ਆਪਣੀਆਂ ਪੁਰਾਣੀਆਂ ਗੱਲਾਂ ਯਾਦ ਕਰ ਰਿਹਾ, ਉਹਨੂੰ ਘਰ ਦੀ ਯਾਦ ਆ ਰਹੀ ਹੈ। ਉਸ ਤੋਂ ਬਾਅਦ ਫਿਰ ਫਟਿਕ ਥੋੜ੍ਹਾ ਜਿਹਾ ਕੌਨਸ਼ੀਅਸ ਹੋ ਜਾਂਦਾ ਹੈ, ਚੇਤਨ ਅਵਸਥਾ ਦੇ ਵਿੱਚ ਆ ਜਾਂਦਾ ਹੈ, ਮਟਰਿੰਗ ਕਰਨ ਨੂੰ ਹਟ ਜਾਂਦਾ ਹੈ, ਅਤੇ ਫਿਰ ਆਲੇ ਦੁਆਲੇ ਦੇਖਦਾ ਹੈ ਉਹ, ਅਤੇ ਕੰਧ ਵੱਲ ਨਹੀਂ ਦੇਖੀ ਜਾਂਦਾ ਹੈ। ਜਾਣੀ ਕਿ ਉਹ ਕੀ ਕਰ ਰਿਹਾ ਹੈ ਵੀ ਉਸਦਾ ਜੀ ਉੱਥੇ ਨਹੀਂ ਲੱਗ ਰਿਹਾ, ਅਤੇ ਬਸ ਉਹਦੇ ਕੁਛ ਹੈ ਨਹੀਂ ਗਾ। ਤਾਂ ਇਸ ਤਰ੍ਹਾਂ ਦੀ ਸਥਿਤੀ ਉਹਦੀ ਬਣੀ ਹੋਈ ਹੈ। ਕਦੇ ਪਿੱਲੋ ਦੇ ਵਿੱਚ ਮੂੰਹ ਦੇ ਲੈਂਦਾ, ਕਦੇ ਕੁਛ ਕਰਦਾ ਹੈ, ਕਦੇ ਕੁਛ ਕਰਦਾ ਹੈ ਨਾ। ਬਿਸ਼ੰਬਰ ਰੀਡ ਹਿਸ ਥਾਟਸ, ਬਿਸ਼ੰਬਰ ਨੇ ਉਹਦੇ ਵਿਚਾਰ ਪੜ੍ਹ ਲਏ ਵੀ ਇਹ ਕੀ ਚਾਹੁੰਦਾ। ਤਾਂ ਉਹਨੇ ਕਿਹਾ ਫਟਿਕ ਆਈ ਹੈਵ ਸੈਂਟ ਫਾਰ ਯੂਅਰ ਮਦਰ, ਫਟਿਕ ਮੈਂ ਤੇਰੀ ਮਾਂ ਨੂੰ ਬੁਲਾਇਆ ਹੋਇਆ ਹੈ, ਉਹ ਆਊਗੀ ਅਤੇ ਤੂੰ ਮਤਲਬ ਕਿ ਵਗ ਜੀ। ਕਹਿਣ ਦਾ ਮਤਲਬ ਬਿਸ਼ੰਬਰ ਨੂੰ ਪਤਾ ਲੱਗ ਰਿਹਾ ਵੀ ਇਹ ਕੀ ਚੱਕਰ ਹੈ। ਤਾਂ ਉਹ ਕਹਿੰਦਾ ਵੀ ਆਈ ਹੈਵ ਸੈਂਟ ਫਾਰ ਯੂਅਰ ਮਦਰ, ਵੀ ਮੈਂ ਤੁਹਾਡੀ ਮਾਤਾ ਨੂੰ ਬੁਲਾਇਆ ਹੋਇਆ ਹੈ। ਇਸ ਤਰ੍ਹਾਂ ਫਟਿਕ ਦੀ ਜਿਹੜੇ ਹਾਲਾਤ ਨੇ ਉਹ ਬਹੁਤ ਜ਼ਿਆਦਾ ਕ੍ਰਿਟੀਕਲ ਹੋ ਜਾਂਦੇ ਨੇ, ਅਤੇ ਯਾਨੀ ਕਿ ਉਹ ਬਹੁਤ ਜ਼ਿਆਦਾ ਬਿਮਾਰ ਹੋ ਜਾਂਦਾ ਹੈ। ਅਸਲ ਦੇ ਵਿੱਚ ਉਹ ਮਾਨਸਿਕ ਤੌਰ 'ਤੇ ਬਿਮਾਰ ਹੈ ਜ਼ਿਆਦਾ, ਫਿਜ਼ੀਕਲ ਵੀ ਹੈਗਾ, ਉਹਨੂੰ ਬੁਖਾਰ ਹੈ, ਪਰ ਉਹ ਜ਼ਿਆਦਾਤਰ ਕੀ ਹੈ, ਜ਼ਿਆਦਾਤਰ ਉਹ ਮਾਨਸਿਕ ਤੌਰ 'ਤੇ ਬਿਮਾਰ ਹੈ। ਇੰਨਾ ਯਾਨੀ ਕਿ ਉਹਦੇ ਹਾਲਾਤ ਕ੍ਰਿਟੀਕਲ ਹੋ ਜਾਂਦੇ ਨੇ, ਉਹ ਬਸ ਬਹੁਤ ਹੀ ਇਸ ਤਰ੍ਹਾਂ ਦੇ ਹਾਲਾਤ ਉਹਦੇ ਹੋ ਜਾਂਦੇ ਨੇ ਕਿ ਉਹ ਹੁਣ ਉਹਨੂੰ ਐਂ ਲੱਗਣ ਲੱਗ ਜਾਂਦਾ ਵੀ ਮੈਂ ਬਚਦਾ ਹੈ ਨਹੀਂ ਗਾ। ਅਤੇ ਕੀ ਹੈ, ਅਤੇ ਅਸੀਂ ਇੱਥੇ ਵਿੱਚ ਦੇਖਦੇ ਹਾਂ ਕਿ ਲੇਟਰ ਇਨ ਡੇ ਫਟਿਕਸ ਮਦਰ ਬਰਸਟ ਇਨਟੂ ਦਾ ਰੂਮ, ਵੀ ਉਹਦੀ ਮਾਤਾ ਸੀ ਜਿਹੜੀ ਉਹ ਕਮਰੇ ਦੇ ਵਿੱਚ ਦਾਖਲ ਹੋਈ ਜਿੱਥੇ ਉਹ ਹੈਗਾ ਸੀਗਾ। ਉਹਦੀ ਮਾਂ ਵੀ ਮੌਨ ਅਤੇ ਕਰਾਈ ਕਰਨ ਲੱਗ ਗਈ, ਅਤੇ ਬਿਸ਼ੰਬਰ ਨੇ ਉਹਨੂੰ ਦੱਸਿਆ ਵੀ ਆਪਣੀ ਭੈਣ ਨੂੰ, ਜਾਣੀ ਕਿ ਫਟਿਕ ਦੀ ਮਾਂ ਨੂੰ, ਵੀ ਤੁਸੀਂ ਸ਼ਾਂਤ ਰਹੋ, ਕੋਈ ਗੱਲ ਨਹੀਂ ਫਟਿਕ ਨੂੰ। ਪਰ ਉਹ ਕਹਿ ਰਹੀ ਹੈ ਫਟਿਕ ਮਾਈ ਡਾਰਲਿੰਗ ਮਾਈ ਡਾਰਲਿੰਗ, ਉਹ ਫਟਿਕ ਨੂੰ ਆਪਣੇ ਪਿਆਰ ਜਤਾ ਰਹੀ ਹੈ, ਜਾਣੀ ਕਿ ਫਟਿਕ ਨੂੰ ਉਹਦੀ ਮਾਤਾ। ਫਟਿਕ ਸਟੋਪਡ ਹੀਜ਼ ਰੈਸਟਲੈਸ ਮੂਵਮੈਂਟ, ਪਰ ਫਟਿਕ ਨੇ ਉਹ ਮੂਵਮੈਂਟ ਤਿਆਗ ਤੇ ਕੁਝ ਸਮੇਂ ਦੇ ਲਈ। ਫਟਿਕ ਇੱਕ ਤਰ੍ਹਾਂ ਦਾ ਕੀ ਹੋ ਗਿਆ, ਰੈਸਟਲੈਸ ਹੋ ਗਿਆ, ਸਟੋਪ ਹੋ ਗਿਆ ਹੱਲਣੋਂ ਜੁੱਲਣੋਂ ਵੀ। ਹੀਜ਼ ਹੈਂਡਸ ਸੀਜ਼ਡ ਬੀਟਿੰਗ ਅਪ ਐਂਡ ਡਾਊਨ, ਉਹਦੇ ਹੱਥ ਵੀ ਸੀਜ ਹੋ ਗਏ, ਹੇਠਾਂ ਉੱਪਰ ਜਾਣੋਂ ਹਟ ਗਏ। ਹੀ ਸੈਡ ਹੈਟਰਸ, ਉਹਦੇ ਮੂੰਹ ਦੇ ਵਿੱਚੋਂ ਕੁਛ ਨਿਕਲ ਨਹੀਂ ਰਿਹਾ, ਸਹੀ ਸ਼ਬਦ ਨੇ ਜਿਹੜੇ, ਉਹ ਬਸ ਥੋੜ੍ਹੇ ਥੋੜ੍ਹੇ ਸ਼ਬਦ ਨੇ ਜਿਹੜੇ ਉਹ ਕਹਿ ਰਿਹਾ ਹੈ, ਜਿਹੜਾ ਉਹ, ਪਰ ਉਸਦੇ ਸਹੀ ਸ਼ਬਦ ਉਹਦੇ ਮੂੰਹ 'ਚੋਂ ਨਹੀਂ ਨਿਕਲ ਰਿਹਾ। ਦ ਮਦਰ ਕਰਾਈਡ ਅਗੇਨ, ਮਾਤਾ ਫੇਰ ਉਸੇ ਤਰ੍ਹਾਂ ਹੀ ਬੋਲਣ ਲੱਗ ਗਈ, ਫਟਿਕ ਮਾਈ ਡਾਰਲਿੰਗ, ਉਹ ਮੇਰੇ ਪਿਆਰੇ ਪੁੱਤਰ, ਹੈ ਨਾ। ਇੱਥੇ ਆ ਕੇ ਜਿਹੜੀ ਕੰਡੀਸ਼ਨ ਹੈ ਉਹ ਬਹੁਤ ਜ਼ਿਆਦਾ ਜਿਹੜਾ ਸੀਰੀਅਸ ਹੋ ਜਾਂਦੀ ਹੈ, ਅਤੇ ਜਿਹੜੀ ਕਹਾਣੀ ਹੈ ਉਹ ਆਪਣੇ ਸਿਖਰ 'ਤੇ ਪਹੁੰਚੀ ਹੋਈ ਹੈ ਪਿਆਰੇ ਵਿਦਿਆਰਥੀਓ। ਅਤੇ ਇਹ ਕਹਾਣੀ ਨੂੰ ਦਾ ਐਂਡ ਹੈ ਨਾ ਜਿਹੜਾ, ਇਹ ਕਹਾਣੀ ਐਂਡ ਇਸ ਤਰੀਕੇ ਦੇ ਨਾਲ ਹੁੰਦੀ ਹੈ ਕਿ ਸਾਡੀਆਂ ਅੱਖਾਂ ਦੇ ਵਿੱਚੋਂ ਵੀ ਹੰਝੂ ਆ ਜਾਂਦੇ ਨੇ।
ਵੈਰੀ ਸਲੋਲੀ ਫਟਿਕ ਆਈਜ਼ ਵੰਡਰਡ। ਥੋੜ੍ਹੇ ਜਿਹੇ ਟਾਈਮ ਦੇ ਬਾਅਦ ਹੌਲੀ ਹੌਲੀ ਫਟਿਕ ਨੇ ਆਪਣੀਆਂ ਅੱਖਾਂ ਖੋਲ੍ਹ ਕੇ ਵਾਂਡਡ ਕੀਤਾ, ਇੱਧਰ ਉੱਧਰ ਵੀ ਮਤਲਬ ਦੇਖਿਆ। ਬਟ ਹੀ ਕੁਡ ਨੋ ਲੋਂਗਰ ਸੀ ਦ ਪੀਪਲ ਅਰਾਊਂਡ ਹਿਜ਼ ਬੈੱਡ। ਹੁਣ ਉਹ ਆਪਣੇ ਬੈੱਡ ਦੇ 'ਤੇ ਬੈਠੇ ਵਿਅਕਤੀਆਂ ਜਾਂ ਆਲੇ ਦੁਆਲੇ ਦੇ ਵਿਅਕਤੀਆਂ ਨੂੰ ਪਹਿਚਾਣ ਵੀ ਨਹੀਂ ਸਕਦਾ, ਇੰਨਾ ਜ਼ਿਆਦਾ ਯਾਨੀ ਕਿ ਉਹਦੀ ਹਾਲਾਤ ਮਾੜੇ ਹੋ ਗਏ। ਐਟ ਲਾਸਟ ਹੀ ਮਰਮਰਡ ਮਤਲਬ ਹੁੰਦਾ ਕਿ ਜਿਵੇਂ ਬਹੁਤ ਹੀ ਦੁੱਖ ਨਾਲ ਕੋਈ ਗੱਲ ਜਦੋਂ ਵਿਅਕਤੀ ਕਰਦਾ ਹੈ ਨਾ, ਬਹੁਤ ਤਕਲੀਫ ਨਾਲ ਜਦੋਂ ਕੋਈ ਵਿਅਕਤੀ ਕਹਿੰਦਾ ਤਾਂ ਉਹ ਕੀ ਮਰਮਰਡ ਕਰਦਾ ਹੈ, ਮਾਦਰ ਦਾ ਹੋਲੀਡੇਜ਼ ਹੈਵ ਕਮ। ਮਾਂ ਕੀ ਛੁੱਟੀਆਂ ਆ ਗਈਆਂ ਹਨ, ਮਾਂ ਛੁੱਟੀਆਂ ਆ ਗਈਆਂ ਹਨ, ਕੀ ਨਹੀਂ, ਮਾਂ ਛੁੱਟੀਆਂ ਆ ਗਈਆਂ ਹਨ। ਇਸ ਦਾ ਅਰਥ ਕੀ ਨਿਕਲਦਾ ਹੈ, ਕਹਾਣੀਕਾਰ ਇਸ ਨੂੰ ਕੀ ਅਰਥ ਨਾਲ ਲੈਂਦਾ ਹੈ ਮੈਨੂੰ ਨਹੀਂ ਪਤਾ, ਪਰ ਮੈਂ ਇਸ ਦਾ ਅਰਥ ਇਹ ਕੱਢਦਾ ਕਿ ਉਹਨੇ ਕਿਹਾ ਵੀ ਮਾਂ ਛੁੱਟੀਆਂ ਆ ਗਈਆਂ ਹਨ, ਵੀ ਯਾਨੀ ਕਿ ਮੈਂ ਤਾਂ ਜਾ ਰਿਹਾ ਇਸ ਸੰਸਾਰ ਨੂੰ ਛੱਡ ਕੇ। ਵੀ ਛੁੱਟੀਆਂ ਦਾ ਮਤਲਬ ਇਹ ਹੋਇਆ ਵੀ ਮੈਂ ਇਸ ਜਿਹੜਾ ਸਰੀਰ ਹੈ ਇਸ ਨੂੰ ਛੱਡ ਕੇ ਜਾ ਰਿਹਾ ਹਾਂ, ਅਤੇ ਜਿਹੜਾ ਮੇਰੀਆਂ ਤਾਂ ਮਤਲਬ ਛੁੱਟੀਆਂ ਹੀ ਆ ਗਈਆਂ ਹੈ ਨਾ। ਮੇਰੇ ਹਿਸਾਬ ਨਾਲ ਇਹ ਅਰਥ ਨਿਕਲਦਾ, ਬਟ ਇਹ ਨਹੀਂ ਪਤਾ ਕਿ ਕਹਾਣੀਕਾਰ ਇਹਦਾ ਕੀ ਅਰਥ ਕੱਢਦਾ ਹੈ ਨਾ, ਅਤੇ ਤੁਸੀਂ ਇਸ ਦਾ ਕੀ ਅਰਥ ਕੱਢੋਗੇ, ਪਰ ਮੇਰੇ ਹਿਸਾਬ ਨਾਲ ਇਹ ਸੀਗਾ। ਤਾਂ ਪਿਆਰੇ ਵਿਦਿਆਰਥੀਓ, ਇਹ ਕਹਾਣੀ ਬੜੀ ਹੀ ਇਮੋਸ਼ਨਲ ਕਹਾਣੀ ਹੈ, ਅਤੇ ਅਕਸਰ ਅਸੀਂ ਦੇਖਦੇ ਹਾਂ ਕਿ ਬੱਚੇ ਖੇਡਦੇ ਨੇ, ਬੱਚੇ ਚੌੜ ਵੀ ਕਰਦੇ ਨੇ, ਉਹਨਾਂ ਦੀ ਚੌੜ ਨੂੰ ਬਰਦਾਸ਼ਤ ਕਰਨਾ ਚਾਹੀਦਾ ਹੈ। ਉਹਨਾਂ ਦੀ ਜਿਹੜੀਆਂ ਸ਼ਰਾਰਤਾਂ ਹੁੰਦੀਆਂ ਨੇ ਉਹ ਉਹਨਾਂ ਦੀ ਨੇਚਰਲ ਹੁੰਦੀਆਂ ਨੇ, ਉਹ ਸਾਈਕੋਲੋਜੀਕਲੀ ਹੁੰਦੀਆਂ ਨੇ। ਉਹਨਾਂ ਨੂੰ ਇਹ ਨਹੀਂ ਹੈਗਾ ਵੀ ਉਹਨਾਂ ਨੂੰ ਘਰੋਂ ਕੱਢ ਕੇ ਮਤਲਬ ਕਿਸੇ ਰਿਸ਼ਤੇਦਾਰ ਨੂੰ ਸਮਾ ਦਿਓ ਹੈ ਨਾ, ਵੀ ਤੂੰ ਉੱਥੇ ਰਹਿ। ਪਰ ਅਸਲ ਦੇ ਵਿੱਚ ਜਿਹੜਾ ਘਰ ਹੁੰਦਾ ਨਾ, ਆਪਣਾ ਘਰ ਉਹ ਆਪਣਾ ਹੀ ਹੁੰਦਾ। ਜਿਹੜਾ ਆਪਣਾ ਘਰ ਹੁੰਦਾ ਉਹੀ ਪੈਰਾਡਾਈਜ਼ ਹੁੰਦਾ ਸਾਡੇ ਲਈ, ਉਹ ਇੱਕ ਸਵਰਗ ਹੁੰਦਾ ਹੈ। ਅਤੇ ਹੋਰ ਘਰ ਦੇ ਵਿੱਚ ਬੱਚਾ ਹੈ ਜਿਹੜਾ ਉਹ ਸੁਰੱਖਿਅਤ ਤਾਂ ਰਹਿ ਸਕਦਾ ਹੈ, ਪਰ ਉਹਨੂੰ ਉਹ ਆਜ਼ਾਦੀ ਨਹੀਂ ਮਿਲਦੀ, ਜਿਹੜੀ ਘਰੇ ਹੁੰਦੀ ਹੈ ਨਾ। ਤਾਂ ਪਿਆਰੇ ਵਿਦਿਆਰਥੀਓ, ਇਹ ਨਹੀਂ ਹੈਗਾ ਵੀ ਮੈਂ ਸਾਰਿਆਂ ਲਈ ਇਹ ਗੱਲ ਕਹਿ ਰਿਹਾ, ਪਰ 90% ਇਹ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਬੱਚਿਆਂ ਦੇ ਨਾਲ। ਅਤੇ ਇਹ ਕਹਾਣੀ ਸਾਨੂੰ ਬਹੁਤ ਕੁਛ ਸਿਖਾਉਂਦੀ ਹੈ। ਅਤੇ ਇਹ ਕਹਾਣੀ ਲਿਖੀ ਸੀ ਰਵਿੰਦਰ ਨਾਥ ਟੈਗੋਰ ਨੇ, ਜਿਨ੍ਹਾਂ ਨੇ ਸਾਡਾ ਰਾਸ਼ਟਰੀ ਗਾਨ ਲਿਖਿਆ ਸੀਗਾ ਹੈ ਨਾ, ਉਹੀ ਇਹ ਰਵਿੰਦਰ ਨਾਥ ਟੈਗੋਰ ਨੇ, ਕਲਕੱਤੇ ਦੇ ਰਹਿਣ ਵਾਲੇ। ਅਤੇ ਇਹ ਸੀਗੀ ਕਹਾਣੀ। ਅਤੇ ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਹੈ, ਪੁਆਇੰਟ ਆਫ ਵਿਊ ਵਧੀਆ ਲੱਗੇ ਨੇ, ਤਾਂ ਤੁਸੀਂ ਵੀਡੀਓ ਨੂੰ ਲਾਈਕ ਵੀ ਕਰ ਦਿਓ, ਸ਼ੇਅਰ ਵੀ ਕਰੋ, ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ। ਹੁਣ ਅਸੀਂ ਜਿਹੜੇ ਦੂਸਰਾ ਪੁਆਇੰਟ ਸੀਗਾ ਕੁਐਸਚਨ ਆਨਸਰ 'ਤੇ ਵੀ ਨਿਗਾਹ ਮਾਰ ਲੈਂਦੇ ਹਾਂ ਬਰੀਫਲੀ। ਆਓ ਬਰੀਫਲੀ ਅਸੀਂ ਦੇਖ ਲੈਂਦੇ ਹਾਂ ਕੁਐਸਚਨ ਆਨਸਰ। ਪਹਿਲਾ ਜਿਵੇਂ ਹੂ ਵਾਜ਼ ਫਟਿਕ। ਫਟਿਕ ਕੌਣ ਸੀ? ਫਟਿਕ ਇੱਕ 14 ਈਅਰ ਦਾ ਜਿਹੜਾ ਲੜਕਾ ਸੀਗਾ, ਅਤੇ ਉਹ ਬੜਾ ਮਿਸਚੀਫ ਕਰਦਾ ਰਹਿੰਦਾ ਸੀ, ਅਤੇ ਇਹ ਰਿੰਗ ਲੀਡਰ ਵੀ ਸੀਗਾ ਉਸ ਅਮੌਂਗ ਦਾ ਜਿਹੜਾ ਬੁਆਇਜ਼, ਲੜਕਿਆਂ ਦਾ ਰਿੰਗ ਲੀਡਰ ਸੀਗਾ ਜਿਹੜਾ ਪਿੰਡ ਦੇ ਵਿੱਚ ਹੈਗੇ ਸੀਗੇ। ਸੈਕੰਡ ਕੁਐਸਚਨ ਹੈ ਵਟ ਵਾਜ਼ ਦਾ ਨਿਊ ਮਿਸਚੀਫ ਫਟਿਕ ਥਾਟ ਆਫ। ਫਟਿਕ ਨੇ ਕਿਹੜੀ ਨਵੀਂ ਜਿਹੜੀ ਮਿਸਚੀਫ ਬਾਰੇ ਸੋਚਿਆ, ਸ਼ਰਾਰਤ ਬਾਰੇ ਸੋਚਿਆ ਸੀ? ਉਹ ਇਹ ਸੀ ਕਿ ਲੌਗ ਜਿਹੜਾ ਪਿਆ ਸੀਗਾ, ਲੌਗ ਨੂੰ ਮੂਵ ਕਰਕੇ ਚਲਾ ਕੇ ਜਾਣੀ ਕਿ ਨਦੀ ਦੇ ਵਿੱਚ ਸੁੱਟਣ ਬਾਰੇ ਸੋਚਿਆ ਸੀਗਾ ਉਹਨਾਂ ਨੇ। ਤਾਂ ਇਸ ਨੂੰ ਅਸੀਂ ਇੰਗਲਿਸ਼ ਦੇ ਵਿੱਚ ਲੌਗ ਕਹਿੰਦੇ ਹਾਂ ਜਿਹਨੂੰ, ਅਤੇ ਪੰਜਾਬੀ ਦੇ ਵਿੱਚ ਉਹਨੂੰ ਕੀ ਹੁੰਦਾ, ਉਹ ਮਤਲਬ ਕਿ ਇੱਕ ਦਰਖਤ ਦਾ ਤਣਾ ਹੁੰਦਾ। ਇਹ ਸੋਚਿਆ ਸੀਗਾ ਨਵੀਂ ਮਿਸਚੀਫ ਵੀ ਕਿਉਂ ਨਾ ਇਹਨੂੰ ਨਦੀ ਦੇ ਵਿੱਚ ਸੁੱਟ ਦਿੱਤਾ ਜਾਵੇ। ਥਰਡ ਕੁਐਸਚਨ ਹੈ ਸਾਡਾ ਵਾਈ ਵਰ ਫਟਿਕ ਐਂਡ ਹਿਜ਼ ਫਰੈਂਡ ਐਨੋਇਡ ਵਿਦ ਮੱਖਣ। ਉਹ ਫਟਿਕ ਅਤੇ ਉਹਦੇ ਫਰੈਂਡ ਮੱਖਣ ਨਾਲ ਕਿਉਂ ਐਨੋਇਡ ਹੋ ਗਏ ਸੀ, ਮੱਖਣ ਤੋਂ ਕਿਉਂ ਦੁਖੀ ਸੀਗੇ? ਕਿਉਂਕਿ ਮੱਖਣ ਸੀਗਾ ਜਿਹੜਾ ਸੈਟ ਔਨ ਦਾ ਲੌਗ, ਕਿਉਂਕਿ ਉਹ ਮੱਖਣ ਸੀ ਉਹਦੇ ਉੱਤੇ ਬੈਠਾ ਸੀਗਾ ਲੌਗ ਦੇ ਉੱਤੇ, ਅਤੇ ਉਹ ਉੱਠ ਨਹੀਂ ਰਿਹਾ ਸੀਗਾ, ਅਤੇ ਉਹ ਉਹਨੂੰ ਸੁੱਟਣਾ ਚਾਹੁੰਦੇ ਸੀਗੇ ਲੌਗ ਨੂੰ, ਪਰ ਮੱਖਣ ਉਹਦੇ ਉੱਤੇ ਸੈਟ ਡਾਊਨ ਹੋ ਕੇ ਬੈਠਾ ਸੀਗਾ ਉੱਥੇ। ਵਟ ਵਾਜ਼ ਫਟਿਕਸ ਨਿਊ ਮੈਨਿਊਵਰ। ਉਹਦੀ ਹੋਰ ਵੀ ਨਵੀਂ ਕਾਢ ਕੀ ਸੀਗੀ ਫਟਿਕ ਦੀ? ਫਟਿਕ ਨੇ ਇਹ ਸੋਚਿਆ ਵੀ ਆਪਾਂ ਨੇ ਜਿਹੜਾ ਲੌਗ ਹੈ ਉਹਨੂੰ ਤਾਂ ਨਦੀ ਦੇ ਵਿੱਚ ਸੁੱਟਣਾ ਹੀ ਸੁੱਟਣਾ ਹੈ, ਵੀ ਲੌਗ ਦੇ ਨਾਲ ਮੱਖਣ ਨੂੰ ਵੀ ਵਿੱਚ ਹੀ ਰੋੜ ਦੇਣਾ ਹੈ। ਇਹ ਸੋਚਿਆ ਸੀਗਾ ਉਹਨਾਂ ਨੇ, ਫਟਿਕ ਨੇ। ਨਵੀਂ ਉਹਦੀ ਕਾਢ ਇਹ ਸੀਗੀ, ਜਾਂ ਕਹਿ ਲਓ ਵੀ
ਨਵੀਂ ਸ਼ਰਾਰਤ ਲਾ ਲਓ। ਪੰਜਵਾਂ ਪ੍ਰਸ਼ਨ ਹੈ, ਵਾਈ ਡਿਡ ਫਟਿਕ ਬੀਟ ਮੱਖਣ ਈਵਨ ਇਨ ਦਾ ਪ੍ਰੈਜ਼ੈਂਸ ਆਫ ਹਿਜ਼ ਮਦਰ। ਫਟਿਕ ਨੇ ਮੱਖਣ ਨੂੰ ਪ੍ਰੈਜ਼ੈਂਸ ਆਫ ਮਦਰ ਦੀ ਜਿਹੜੀ ਹਜ਼ੂਰੀ ਕਹਿ ਲਓ, ਮਦਰ ਦੀ ਹਾਜ਼ਰੀ ਦੇ ਵਿੱਚ ਕਿਉਂ ਕੁੱਟਿਆ? ਮਦਰ ਵੀ ਉੱਥੇ ਸੀ। ਬਿਕੋਜ਼ ਹੀ ਵਾਜ਼ ਟੈਲਿੰਗ ਲਾਈ, ਕਿਉਂਕਿ ਉਹ ਝੂਠ ਬੋਲ ਰਿਹਾ ਸੀ। ਝੂਠ ਕੀ ਬੋਲ ਰਿਹਾ ਸੀ? ਵੀ ਫਟਿਕ ਬੀਟ ਹਿਮ, ਵੀ ਫਟਿਕ ਨੇ ਉਹਨੂੰ ਕੀ ਕੀਤਾ ਹੈ? ਮਾਰਿਆ ਹੈ। ਪਰ ਅਸਲ ਦੇ ਵਿੱਚ ਸੱਚ ਕੀ ਸੀਗਾ? ਵੀ ਮੱਖਣ ਨੇ ਹੀ ਫਟਿਕ ਨੂੰ ਮਾਰ ਕੇ ਆ ਗਿਆ ਸੀਗਾ। ਇਸ ਕਰਕੇ ਉਹਨੇ ਇਹ ਸੋਚਿਆ ਵੀ ਇਹ ਝੂਠ ਬੋਲ ਰਿਹਾ ਹੈ, ਅਤੇ ਉਹ ਗੁੱਸੇ 'ਚ ਹੋ ਗਿਆ ਸੀਗਾ। ਗੁੱਸੇ 'ਚ ਹੋਣ ਕਰਕੇ ਉਹਨੇ ਆਪਣੀ ਮਾਂ ਦੀ ਹਾਜ਼ਰੀ 'ਚ ਹੀ ਉਹਨੂੰ ਕੁੱਟਤਾ ਸੀਗਾ। ਸਿਕਸਥ ਪਰਸਨ ਹੈ, ਵਾਜ ਮੱਖਣ ਸਪੀਕਿੰਗ ਦਾ ਟਰੁੱਥ। ਦੱਸੋ। ਨੋ, ਮੱਖਣ ਸੱਚ ਨਹੀਂ ਬੋਲ ਰਿਹਾ ਸੀ। ਨੋ, ਮੱਖਣ ਵਾਜ ਨਾਟ ਸਪੀਕਿੰਗ ਦਾ ਟਰੁੱਥ। ਮੱਖਣ ਸੱਚ ਨਹੀਂ ਬੋਲ ਰਿਹਾ ਸੀਗਾ, ਮੱਖਣ ਝੂਠ ਬੋਲਦਾ ਸੀ। 7, ਵਾਈ ਡਿਡ ਫਟਿਕਸ ਮਦਰ ਵਾਂਟ ਟੂ ਸੈਂਡ ਹਿਮ ਅਵੇ ਟੂ ਹਰ ਮਦਰਸ ਹਾਊਸ। ਫਟਿਕ ਦੀ ਜਿਹੜੀ ਮਾਤਾ ਸੀ ਕਿਉਂ ਚਾਹੁੰਦੀ ਸੀ ਵੀ ਉਹ ਆਪਣੇ ਬ੍ਰਦਰ ਦੇ ਘਰ ਚਲਾ ਜਾਵੇ? ਕਿਉਂਕਿ ਸ਼ੀ ਵਾਂਟਡ ਟੂ ਗੈਟ ਰਿਡ ਆਫ, ਉਹ ਚਾਹੁੰਦੀ ਸੀ ਵੀ ਫਰੋਮ ਫਟਿਕ, ਗੈਟ ਰਿਡ ਆਫ ਫਟਿਕ, ਵੀ ਮੈਂ ਫਟਿਕ ਤੋਂ ਛੁਟਕਾਰਾ ਪਾ ਲਾਂ, ਕਿਉਂਕਿ ਫਟਿਕ ਬਹੁਤ ਜ਼ਿਆਦਾ ਸ਼ਰਾਰਤੀ ਹੈ। ਇਸ ਕਰਕੇ ਉਹਨਾਂ ਨੇ ਕੀ ਕੀਤਾ ਵੀ ਆਪਣੇ ਭਰਾ ਦੇ ਘਰ ਉਹਨੂੰ ਭੇਜਤਾ। ਫਿਰ ਹੈਗਾ, ਹਾਊ ਵਾਜ ਫਟਿਕ ਰਿਸੀਵਡ ਬਾਏ ਹਿਜ਼ ਆਂਟ। ਉਹਦੀ ਮਾਮੀ ਨੇ ਉਹਨੂੰ ਕਿਵੇਂ ਰਿਸੀਵ ਕੀਤਾ? ਚੰਗਾ ਜਾਂ ਮਾੜਾ ਇਹ ਤਾਂ ਅਸੀਂ ਜਾਣਦੇ ਹਾਂ ਕਿ ਉਹਨੇ ਉਹਨੂੰ ਇੱਕ ਅਨਨੈਸੈਸਰੀ ਥਿੰਗ ਕਿਹਾ, ਵੀ ਇਹ ਅਨਨੈਸੈਸਰੀ ਥਿੰਗ ਹੈ, ਐਡਿੰਗ ਹੋ ਰਹੀ ਹੈ ਸਾਡੇ ਵਿੱਚ, ਯਾਨੀ ਕਿ ਉਹਨੇ ਉਹਨੂੰ ਬੈਡ ਤਰੀਕੇ ਦੇ ਨਾਲ ਫੀਲ ਕੀਤਾ ਜਾਂ ਰਿਸੀਵ ਕੀਤਾ। ਨੈਕਸਟ ਸਾਡੇ ਕੋਲ ਹੈ 9th, ਵਾਈ ਕੁਡਨਟ ਫਟਿਕ ਡੂ ਵੈਲ ਐਟ ਸਕੂਲ ਇਨ ਕਲਕੱਤਾ। ਕਲਕੱਤਾ ਦੇ ਸਕੂਲ ਵਿੱਚ ਉਹ ਵੈਲ ਕਿਉਂ ਨਹੀਂ ਕਰ ਸਕਿਆ? ਕੁਛ ਚੰਗਾ ਕਿਉਂ ਨਹੀਂ ਕਰ ਸਕਿਆ? ਪੜ੍ਹ ਕਿਉਂ ਨਹੀਂ ਸਕਿਆ ਚੰਗੀ ਤਰ੍ਹਾਂ? ਤਾਂ ਉਹ ਇਸ ਕਰਕੇ ਨਹੀਂ ਪੜ੍ਹ ਸਕਿਆ ਕਿਉਂਕਿ ਉਹਦੇ ਜਿਹੜੇ ਘਰ ਜਿੱਥੇ ਉਹ ਰਹਿੰਦਾ ਸੀਗਾ ਉੱਥੇ ਉਹਦੇ ਨਾਲ ਚੰਗਾ ਸਲੂਕ, ਚੰਗੀ ਡੀਲਿੰਗ ਹੈ ਜਿਹੜੀ ਉਹ ਨਹੀਂ ਕੀਤੀ ਜਾਂਦੀ ਸੀ, ਅਤੇ ਉਹ ਸੈਡ ਰਹਿੰਦਾ ਸੀ, ਉਦਾਸ ਰਹਿੰਦਾ ਸੀ, ਅਤੇ ਆਪਣੇ ਘਰ ਨੂੰ ਯਾਦ ਕਰਦਾ ਰਹਿੰਦਾ ਸੀ। ਇਸੇ ਕਰਕੇ ਉਹ ਕਲਕੱਤਾ ਦੇ ਵਿੱਚ ਸਕੂਲ ਦੇ ਵਿੱਚ ਕੁਝ ਨਹੀਂ ਕਰ ਪਾ ਰਿਹਾ ਸੀਗਾ, ਕਿਉਂਕਿ ਉਹਦੇ ਨਾਲ ਘਰੇ ਸੀਗੇ ਜਿਹੜੇ ਉਹ ਹਾਲਾਤ 'ਚ ਵਧੀਆ ਨਹੀਂ ਸੀਗੇ, ਅਤੇ ਨਾ ਹੀ ਕੋਈ ਬੋਇਜ਼ ਸੀਗੇ ਉਹਦੇ ਹਮ ਉਮਰ ਸੀਗੇ ਵੀ ਉਹਨਾਂ ਨਾਲ ਉਹ ਖੇਡ ਸਕੇ, ਹੈ ਨਾ। 10th ਕੁਐਸਚਨ, ਹਾਊ ਡਿਡ ਫਟਿਕਸ ਆਂਟ ਬਿਹੇਵ ਔਨ ਲਰਨਿੰਗ ਅਬਾਊਟ ਦਾ ਲੋਸ ਆਫ ਹਿਜ਼ ਬੁੱਕ। ਜਦੋਂ ਉਹ ਆਪਣੀ ਇੱਕ ਬੁੱਕ ਖੋ ਦਿੰਦਾ ਹੈ, ਉਹਦੀ ਬੁੱਕ ਗੁਆਚ ਜਾਂਦੀ ਹੈ, ਤਾਂ ਆਂਟ ਹੈ ਜਿਹੜੀ ਉਹ ਕਿਸ ਤਰ੍ਹਾਂ ਦਾ ਬਿਹੇਵ ਕਰਦੀ ਹੈ? ਵੈਰੀ ਬੈਡ। ਆਂਟ ਉਹਦੀ ਬਹੁਤ ਬੁਰਾ ਬਿਹੇਵ ਕਰਦੀ ਹੈ, ਅਤੇ ਉਹ ਉਹਨੂੰ ਕੁੱਟਦੀ ਵੀ ਹੈ, ਉਹ ਉਹਨੂੰ ਗਾਲਾਂ ਵੀ ਦਿੰਦੀ ਹੈ। ਅਬਿਊਜ਼ ਹਿਮ, ਉਹ ਉਹਨੂੰ ਗਾਲਾਂ ਦਿੰਦੀ ਹੈ ਅਤੇ ਨਾਲ ਹੀ ਉਹਨੂੰ ਬੀਟ ਕਰਦੀ ਹੈ, ਕੁੱਟਦੀ ਵੀ ਹੈ, ਅਤੇ ਚੰਗਾ ਬਿਹੇਵ ਨਹੀਂ ਕਰਦੀ। 11, ਵਟ ਵਾਜ਼ ਦਾ ਇਮੀਡੀਏਟ ਰੀਜ਼ਨ ਫਾਰ ਫਟਿਕਸ ਡਿਪਾਰਚਰ ਫਰੋਮ ਹਿਜ਼ ਅੰਕਲਜ਼ ਹਾਊਸ। ਇਮੀਡੀਏਟ ਰੀਜ਼ਨ ਕੀ ਸੀਗਾ ਕਿ ਫਟਿਕ ਆਪਣੇ ਅੰਕਲ ਦੇ ਘਰ ਤੋਂ ਨੂੰ ਛੱਡ ਕੇ ਤੁਰ ਗਿਆ ਸੀ? ਉਹਦਾ ਮੇਨ ਰੀਜ਼ਨ ਇਹ ਹੈ ਕਿ ਸਾਈਕੋਲੋਜੀਕਲੀ ਰੀਜ਼ਨ ਇਹ ਹੈ ਕਿ ਉਸਦੀ ਜਿਹੜੀ ਮਾਨਸਿਕ ਦਸ਼ਾ ਸੀਗਾ, ਮੈਂਟਲੀ ਹਾਲਾਤ ਸੀਗੇ, ਜਿਹੜੇ ਮੈਂਟਲੀ ਕੰਡੀਸ਼ਨ ਸੀਗੀ ਉਹ ਚੰਗੀ ਨਹੀਂ ਸੀਗੀ। ਉਹ ਅਸਲ ਦੇ ਵਿੱਚ ਉਸ ਘਰ ਦੇ ਵਿੱਚ ਨਹੀਂ ਰਹਿਣਾ ਚਾਹੁੰਦਾ ਸੀ, ਉਹਨੂੰ ਉਹ ਘਰ ਵਧੀਆ ਨਹੀਂ ਲੱਗ ਰਿਹਾ ਸੀ, ਉਸਨੂੰ ਅਸਲ ਦੇ ਵਿੱਚ ਆਪਣੇ ਘਰ ਦੀ ਯਾਦ ਆ ਰਹੀ ਸੀਗੀ, ਇਸ ਕਰਕੇ ਉਹ ਉੱਥੋਂ ਡਿਪਾਰਚਰ ਹੋਣਾ ਚਾਹੁੰਦਾ ਸੀਗਾ। 12 ਹੈ, ਵਾਈ ਡਿਡ ਬਿਸੰਬਰ ਸੈਂਡ ਫਾਰ ਹਿਜ਼ ਸਿਸਟਰ। ਉਹਨੇ ਆਪਣੀ ਭੈਣ ਨੂੰ ਯਾਨੀ ਕਿ ਫਟਿਕ ਦੀ ਮਾਂ ਨੂੰ ਕਿਉਂ ਬੁਲਾਇਆ? ਕਿਉਂਕਿ ਉਹਨੂੰ ਪਤਾ ਲੱਗਣ ਲੱਗ ਗਿਆ ਕਿ ਜਿਹੜਾ ਫਟਿਕ ਹੈ, ਫਟਿਕਸ ਕੰਡੀਸ਼ਨ ਵਾਜ਼ ਵੈਰੀ ਕ੍ਰਿਟੀਕਲੀ। ਫਟਿਕ ਦੀ ਜਿਹੜੀ ਕੰਡੀਸ਼ਨ ਸੀ ਉਹ ਬਹੁਤ ਕ੍ਰਿਟੀਕਲੀ ਸੀਗੀ, ਇਸ ਕਰਕੇ, ਅਤੇ ਉਹ ਸੱਚ ਵੀ ਉਹਨੂੰ ਪਤਾ ਲੱਗ ਗਿਆ ਸੀ ਕਿ ਫਟਿਕ ਅਸਲ ਦੇ ਵਿੱਚ ਕੀ ਚਾਹੁੰਦਾ ਹੈ, ਇਸ ਕਰਕੇ ਉਹਨੇ ਸੈਂਡ ਫਾਰ ਹਿਜ਼ ਸਿਸਟਰ, ਇਸ ਕਰਕੇ ਬਿਸੰਬਰ ਨੇ ਆਪਣੀ ਭੈਣ ਨੂੰ ਬੁਲਾਇਆ। 13 ਸਾਡੇ ਕੋਲ ਹੈ, ਵਟ ਵਰ ਫਟਿਕਸ ਲਾਸਟ ਵਰਡ। ਇਹ ਅਸੀਂ ਜਾਣਦੇ ਹਾਂ ਪਿਆਰੇ ਵਿਦਿਆਰਥੀਓ ਕਿ ਉਸਦੇ ਲਾਸਟ ਵਰਡ ਕੀ ਸੀਗੇ। ਇਹ ਆਪਾਂ ਨੇ ਪਾਠ ਦੇ ਵਿੱਚ ਵੀ ਪੜ੍ਹਿਆ ਕਿ ਉਸਦੇ ਲਾਸਟ ਵਰਡ ਕੀ ਸੀਗੇ। ਤਾਂ ਉਸਦੇ ਲਾਸਟ ਵਰਡ ਕੀ ਸੀ?
ਆਪਾਂ ਨੇ ਪੜ੍ਹਿਆ ਸੀਗਾ ਵੀ ਹੋਲੀਡੇਜ਼ ਬਾਰੇ ਸੀਗਾ ਨਾ ਕੁਛ, ਤਾਂ ਲਾਸਟ ਵਰਡ ਇਹ ਸੀਗੇ, ਮਦਰ ਦਾ ਹੋਲੀਡੇਜ਼ ਹੈਵ ਕਮ, ਵੀ ਮਾਂ ਛੁੱਟੀਆਂ ਆ ਗਈਆਂ ਨੇ, ਇਹ ਉਹਦੇ ਲਾਸਟ ਵਰਡ ਸੀਗੇ। ਵਿਦਿਆਰਥੀਓ, ਤੁਹਾਨੂੰ ਇਸ ਕਹਾਣੀ ਕਿਸ ਤਰ੍ਹਾਂ ਲੱਗੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਮੈਨੂੰ ਲਿਖ ਕੇ ਦੱਸਿਓ। ਅਤੇ ਹੋਰ ਵੀ ਅਗਰ ਕੋਈ ਸੁਝਾਅ ਤੁਸੀਂ ਦੇਣਾ ਚਾਹੁੰਦੇ ਹੋ ਤਾਂ ਜ਼ਰੂਰ ਦਿਓ, ਅਤੇ ਕੁਛ ਪੁੱਛਣਾ ਚਾਹੁੰਦੇ ਹੋ ਤਾਂ ਉਹ ਵੀ ਤੁਸੀਂ ਪੁੱਛ ਸਕਦੇ ਹੋ। ਅਤੇ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਹੈ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਣਾ, ਅਤੇ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਸਾਰੇ ਵਿਦਿਆਰਥੀਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮੱਚ।